स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਨੂੰ ਵਿਚਾਰ ਤਕਰਾਰ ਅੱਜ ਥੋੜਾ ਸਮਾਂ ਪਹਿਲਾਂ ਕਰਨਾ ਪਿਆ। ਉਸ ਦਾ ਕਾਰਨ ਸੀਗਾ ਕਿ ਮੁੱਦਾ ਬਹੁਤ ਪਖਵਾ ਹੈਗਾ। ਮੁੱਦਾ ਹੈਗਾ ਕਿਸਾਨੀ ਮੁੱਦਾ। ਕਿਸਾਨਾਂ ਦੇ ਕਰਜ਼ਿਆਂ ਦੇ ਮੁੱਦੇ ਚੱਲਦੇ ਰਹਿੰਦੇ ਨੇ। ਇਹ ਅਸੀਂ तमाम डिस्कशनस ਅਸੀਂ ਕਰਦੇ ਰਹੇ ਹਾਂ। ਪਰ ਜੋ ਕੈਬਨਿਟ ਨੇ ਕੱਲ ਫੈਸਲਾ ਕੀਤਾ ਉਸ ਤੋਂ ਬਾਅਦ ਕਿਸਾਨ ਭਾਈਚਾਰੇ ਦੇ ਵਿੱਚ ਹਾਹਾਕਾਰ ਜ਼ਰੂਰ ਮਚ ਗਈ ਹੈ, ਕਿਉਂਕਿ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਮੋਟਰਾਂ ਦੇ ਉੱਤੇ ਵੀ ਮੀਟਰ ਲਾਏ ਜਾਣਗੇ ਔਰ ਸਰਕਾਰ ਇਹ ਤਰਕ ਦਿੰਦੀ ਹੈ ਕਿ ਸਬਸਿਡੀ ਦੀ ਦੁਰਵਰਤੋਂ ਰੋਕੀ ਜਾਏ। ਇਸ ਲਈ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਔਰ ਇਸ ਲਈ 6 ਥਾਵਾਂ ਤੇ ਇਹਦਾ ਪਾਇਲਟ ਪਲਾਨ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ। ਕਿਸਾਨ ਭਾਈਚਾਰਾ ਸੜਕਾਂ ਤੇ ਉਤਰ ਆਇਆ। ਕਿਸਾਨ ਭਾਈਚਾਰੇ ਨੂੰ ਉਮੀਦ ਸੀ ਕਿ ਨਵੀਂ ਸਰਕਾਰ ਆਈ ਹੈ ਉਹਨਾਂ ਦੇ ਕਰਜ਼ੇ ਉਤਰਨਗੇ, ਪਰ ਬੈਕ ਟੂ ਬੈਕ ਇੱਕ ਤੋਂ ਬਾਅਦ ਇੱਕ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਸਨੇ ਕਿਸਾਨ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਪਹਿਲਾਂ ਗੱਲ ਇਹ ਆਈ ਸੀ ਕਿ ਜੋ ਕਾਂਗਰਸ ਸਰਕਾਰ ਦੇ ਟੈਨਿਓਰ ਦੇ ਵਿੱਚ ਜਿਸਨੇ ਸੁਸਾਈਡ ਕੀਤਾ ਉਹਦੇ ਪਹਿਲਾਂ ਕਰਜ਼ੇ ਮਾਫ ਹੋਣਗੇ। ਉਸ ਤੋਂ ਬਾਅਦ ਗੱਲ ਆਈ 5 ਲੱਖ ਤੱਕ ਦੀ ਇਨਕਮ ਵਾਲੇ ਕਿਸਾਨ ਦੇ ਉੱਤੇ ਟੈਕਸ ਲਗਾਇਆ ਜਾਏਗਾ ਔਰ ਹੁਣ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੋਟਰਾਂ ਤੇ ਵੀ ਮੀਟਰ ਲਾਏ ਜਾਣਗੇ, ਮੀਟਰਾਂ ਦੇ ਨਾਲ ਬਿੱਲ ਲਾਏ ਜਾਣਗੇ। ਇਸ ਦਾ ਕਿਸਾਨ ਭਾਈਚਾਰੇ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਜੋ ਸਰਕਾਰ ਤਰਕ ਦੇ ਰਹੀ ਹੈ ਕਿ ਸਬਸਿਡੀ ਦੀ ਦੁਰਵਰਤੋਂ ਰੋਕੀ ਜਾਵੇ, ਕੀ ਮੀਟਰ ਲਗਾਉਣ ਦੇ ਨਾਲ ਦੁਰਵਰਤੋਂ ਰੁਕ ਸਕਦੀ ਹੈ, ਇਸੇ ਤੇ ਚਰਚਾ ਕਰਾਂਗੇ। ਔਰ ਕੀ ਜੋ ਤੋਖਲਾ ਵਿਰੋਧੀ ਧਿਰਾਂ ਪ੍ਰਗਟਾ ਰਹੀਆਂ ਨੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠਜੋੜ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਕਿ ਸਰਕਾਰ ਨੇ ਇੱਕ ਕਦਮ ਚੁੱਕ ਲਿਆ ਕਿ ਸਬਸਿਡੀ ਖਤਮ ਕੀਤੀ ਜਾਏ ਔਰ ਇਹ ਕਦਮ बहुत घातक सिद्ध होएगा। इसे ते विचार चर्चा लेके हाजिर हुए हैं। सब तो पहला जान पछाण करा दी मेहमानों की, फिर अगे बढ़ते हैं। डॉक्टर तारा सिंह संधू साहब बुलारे ने पंजाब कांग्रेस से, हरजीत सिंह गरेवाल साहब सीनियर आगू ने पंजाब भाजपा के, सिकंदर सिंह मलूका साहब प्रधान ने किसान विंग के श्रोमणी अकाली दल के, बलबीर सिंह राजेवाल साहब प्रधान ने BKU पंजाब के, जगतार सिंह संघेड़ा साहब बुलारे ने आम आदमी पार्टी के। स्वागत है सारे मेहमानों का। तारा सिंह संधू जी, मैनू बहुत खुशी हुई है कि तुसीं इस डिबेट के विच साडे नाल जुड़े हो। तुहानूं याद होएगा कि लास्ट डिबेट इसे प्लेटफॉर्म ते कीती सी। मैं तुहानूं उदों कहा सी कि जिहड़े तुसीं मीटर ला ਇਹਦੇ ਤੇ ਬਿੱਲ ਲੱਗਣਗੇ, ਤੁਸੀਂ ਛਾਤੀ ਠੋਕ ਕੇ ਕਿਹਾ ਸੀ ਕਿ ਮੈਂ ਦਾਵਾ ਕਰਦਾ ਕਿ ਨਾ ਮੀਟਰਾਂ ਤੇ ਬਿੱਲ ਕਦੇ ਨਹੀਂ ਲੱਗਣਗੇ। ਬਿਲਕੁਲ ਇਹ ਕਿਹਾ ਸੀ ਕਿ ਨਹੀਂ ਕਿਹਾ ਸੀ? ਜੀ ਕਿਹਾ, ਬਿਲਕੁਲ। ਇੱਕ ਕੰਮ ਕਰਦੇ ਆ ਆਪਾਂ ਆਪਣੇ ਦਰਸ਼ਕਾਂ ਨੂੰ ਉਹ ਦੁਬਾਰਾ ਵੀ ਦਿਖਾ ਦਨੇ ਜੋ ਤੁਸੀਂ ਕਿਹਾ ਸੀ। ਇੱਕ ਵਾਰ ਮੈਂ ਦੁਬਾਰਾ ਪਲੇ ਕਰਕੇ ਉਹ ਦਿਖਾਣਾ ਚਾਹਾਂਗਾ ਡਿਸਕਸ਼ਨ ਦੇ ਵਿੱਚ ਸੰਧੂ ਸਾਹਿਬ ਨੇ ਕੀ ਕਿਹਾ ਸੀ। ਕਿਸਾਨਾਂ ਦੀਆਂ ਮੋਟਰਾਂ ਤੇ ਤੁਸੀਂ ਮੀਟਰ ਲਾ ਕੇ ਤੁਸੀਂ ਇਹ ਜਦੋਂ ਅਸੀਂ ਕੈਟਾਗਰੀ ਕੱਲੇ ਵੀ ਬਿੱਲ ਲੱਗਣਗੇ ਨਹੀਂ, ਫੇਰ ਕਿਉਂ ਘਬਰਾਹਟ? ਫਿਰ ਮੀਟਰਾਂ ਦਾ ਕੀ ਫਾਇਦਾ? ਕਿਸਾਨਾਂ ਦੀਆਂ ਮੋਟਰਾਂ ਤੇ ਤੁਸੀਂ ਮੀਟਰ ਲਾ ਕੇ ਤੁਸੀਂ ਇਹ ਜਦੋਂ ਅਸੀਂ ਕੈਟਾਗਰੀ ਕੱਲੇ ਵੀ ਬਿੱਲ ਲੱਗਣਗੇ ਨਹੀਂ, ਫੇਰ ਕਿਉਂ ਘਬਰਾਹਟ? ਫਿਰ ਮੀਟਰਾਂ ਦਾ ਕੀ ਫਾਇਦਾ? कैटेगोरिकली तुसी किया सीगा कि मीटर लाए जा रहे ने पर मीटरां ते बिल नहीं लाए जाण। हुण फिर ये कहानी किवें बदल गई? नहीं जी, पहली गल तां तुसी इस गल नूं स्पष्ट तौर पर समझण दा यतन करो कि ये जिहड़ा फैसला है ये किसानां ते बोझ पाउण वाला नहीं, किसानां नूं फायदा पहुंचाउण वाला है। फॉर एग्जाम्पल उन्होंने कहा भी 990 ਜਿਹੜੇ किसान है उन्होंने चोण की पायलट प्रोजेक्ट ਦੇ ਵਿੱਚ। ਉਹਦੇ 'ਚ ਕੀ ਕਰਨਾ है कि एक निश्चित कर लिया भी मान लो मीटर नाल ਉਹਦੀ एक ट्यूबल ਤੇ 48,000 रुपये ਦਾ ਜਿਹੜਾ ਉਹ ਬਿਜਲੀ ਖਪਤ ਉਹਦੀ ਰਿਕਾਰਡ ਕੀਤੀ ਹੈ। ਠੀਕ ਹੈ। ਉਹਨੂੰ ਪਾਇਲਟ ਪ੍ਰੋਜੈਕਟ ਕੀ ਕਹਿੰਦਾ ਕਿ ਕਿਸਾਨ ਨੂੰ ਇਹ ਕਹਿੰਦਾ ਕਿ ਜੇ ਤੂੰ ਬਿਜਲੀ ਘੱਟ ਨਾਲ ਸਾਰ ਲਵੇਂ, मान लो 48,000 की बजाय 40,000 बिजली बाल लवे तो 8,000 रुपया तेरे जिहड़ा खाते दे विच सबसिडी आ जाऊगी। 40,000 तो पहले ही उन्होंने माफ है। हुण दसो मैनू किसान नूं की फर्क पिया? उन्होंने तो फायदा ही होया। इहदे नाल दो चीज़ां दा वड्डा 48,000 लैगा कित्थों भी दस दो। नहीं उन्हें बिल भरना ही नहींगा। तुसीं गलत ना डिस्टर्ब मैं तां ही कह रहा ना, तुसीं दसो ओनू बिल नहीं आउणा 48,000 दा, उन्हें बिल भरना नहींगा। वो सिर्फ मीटर दे राही रिकॉर्ड करना भी उहदी बिजली दी खपत कितनी है, उन्होंने रिक्वेस्ट की जा रही भी तू घट नाल सार। नहीं मैं ਇਹ ਗੱਲ ਇੱਕ ਸਪਸ਼ਟ ਕਰ ਦਿਓ ਸੰਧੂ ਸਾਹਿਬ। ਬਿਲਕੁਲ ਜਿਹੜੀ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਮੋਟਰਾਂ ਤੇ ਮੀਟਰ ਲੱਗਣਗੇ, ਮੀਟਰਾਂ ਦੇ ਬਿੱਲ ਆਣਗੇ ਤੇ ਸਬਸਿਡੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਏਗੀ। ਜੇ ਬਿੱਲ ਆਏਗਾ ਹੀ ਨਹੀਂ ਤੇ ਸਬਸਿਡੀ ਖਾਤਿਆਂ 'ਚ ਕਿਵੇਂ ਆਏਗੀ? ਉਹਨੇ ਬਿੱਲ ਭਰਨਾ ਹੀ ਨਹੀਂਗਾ। ਤੁਸੀਂ ਇਹਦੀ ਫੇਰ ਰੋਂਗ ਕੈਬਨਿਟ ਦੇ ਡਿਸੀਜਨ ਦੀ ਬਿੱਲ ਭਰਨਾ ਹੀ ਨਹੀਂ ਭਰਨਾ ਕਿਸਾਨ ਨੇ। ਫਿਰ ਦੱਸਦਾ ਨਾ ਫਿਰ ਸਬਸਿਡੀ ਖਾਤੇ 'ਚ ਕਿਸ ਤਰ੍ਹਾਂ? ਇਹ ਬਿਜਲੀ ਬੋਰਡ ਤੁਸੀਂ ਫ੍ਰੀ ਬਿਜਲੀ ਵੀ ਦੇ ਰਹੇ ਹੋ ਤੇ ਸਬਸਿਡੀ ਵੀ ਦੇ ਰਹੇ ਹੋ। ਇਹ ਸਿਰਫ ਇਸ ਗੱਲ ਲਈ ਕੀਤਾ ਜਾ ਰਿਹਾ ਹੈ ਵੀ ਮੰਨ ਲਓ 48,000 ਦੀ ਬਿਜਲੀ ਉਹਦੀ ਖਪਤ ਹੁੰਦੀ ਹੁਣ ਵਿਦ ਸਬਸਿਡੀ। ਠੀਕ ਹੈ। ਉਹ ਅਗਲੇ ਸੀਜ਼ਨ ਦੇ ਵਿੱਚ ਉਹ 40,000 ਦੀ ਆਪਦੀ ਫਸਲ ਤੇ ਖਰਚ ਕਰਦਾ
ਤਾਂ 8000 ਦੀ ਬਿਜਲੀ ਘੱਟ ਬਣੀ ਨਾ। ਸੰਧੂ ਸਾਹਿਬ ਮੈਨੂੰ ਹਾਲੇ ਵੀ ਨਹੀਂ ਸਮਝ ਆ ਰਹੀ, ਤੁਸੀਂ ਕਹਿ ਰਹੇ ਹੋ ਕਿ ਬਿਜਲੀ ਦਾ ਬਿੱਲ ਨਹੀਂ ਭਰਨਾ, ਜੇ ਬਿਜਲੀ ਦਾ ਬਿੱਲ ਨਹੀਂ ਭਰਨਾ ਤੇ ਖਾਤਿਆਂ ਦੇ ਵਿੱਚ ਸਬਸਿਡੀ ਕਿਵੇਂ ਆਏਗੀ ਇਹ ਤਾਂ ਦੱਸੋ। ਮਤਲਬ ਤੁਸੀਂ ਬਿਜਲੀ ਵੀ ਫ੍ਰੀ ਦੇ ਰਹੇ ਹੋ ਤੇ ਸਬਸਿਡੀ ਦੇ ਪੈਸੇ ਵੀ ਦੇ ਰਹੇ ਹੋ, ਡਬਲ ਮੁਨਾਫਾ। ਇੱਕ ਮਿੰਟ, ਜਿਹੜੀ ਹੁਣ ਬਿਜਲੀ ਦਿੱਤੀ ਜਾ ਰਹੀ ਹੈ ਉਹਦੀ ਕੋਈ ਰਿਕਾਰਡਿੰਗ ਨਹੀਂ ਹੋ ਰਹੀ, ਕੋਈ ਮੀਟਰ ਨਹੀਂ ਲੱਗਾ, ਇਹ ਨਹੀਂ ਪਤਾ ਵੀ ਇਸ ਟਿਊਬਲ ਦਾ ਕਿੰਨਾ ਬਿਜਲੀ ਖਪਤ ਹੋ ਰਹੀ ਹੈ, ਦੂਜੇ ਟਿਊਬਲ ਦੀ ਕਿੰਨੀ ਬਿਜਲੀ ਖਪਤ ਹੋ ਰਹੀ ਹੈ। ਇਹ ਬਿਜਲੀ ਬੋਰਡ ਜੇ ਮੀਟਰ ਕਿਉਂ ਲਾ ਰਿਹਾ ਕਿ ਵੀ ਉਹਦੀ ਮੇਜਰਮੈਂਟ ਕਰ ਲਈ ਕਿ ਉਸ ਕਿਸਾਨ ਦੀ ਇੰਨੇ ਇਸ ਟਿਊਬਲ ਅਧੀਨ ਆਉਂਦਾ ਜਿਹੜਾ ਉਹਦਾ ਰਕਬਾ ਉਹਦੇ ਚ ਉਹਦੀ ਕਿੰਨੀ ਬਿਜਲੀ ਖਰਚ ਹੁੰਦੀ ਹੈ। ਉਹਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਤੂੰ ਘੱਟ ਕਰ ਲੈ, ਜਿੰਨੀ ਤੂੰ ਘੱਟ ਕਰ ਲੇਗਾ ਉਹਦਾ ਫਾਇਦਾ ਤੇਰਾ। ਰਾਜੇਵਾਲ ਸਾਹਿਬ ਇਹ ਤਾਂ ਤੁਹਾਡੇ ਫਾਇਦੇ ਦੀ ਗੱਲ ਕਰ ਰਹੇ ਆ, ਤੁਸੀਂ ਸੜਕਾਂ ਤੇ ਉਤਰ ਕੇ ਵਿਰੋਧ ਕਰ ਰਹੇ ਹੋ। ਇੱਕ ਤਾਂ ਤੁਸੀਂ ਬਿੱਲ ਨਹੀਂ ਭਰਨਾ, ਉਤੋਂ ਸਬਸਿਡੀ ਵੀ ਤੁਹਾਨੂੰ ਦੇ ਰਹੇ ਆ, ਉਤੋਂ ਤੁਹਾਨੂੰ ਰਿਕੁਐਸਟ ਵੀ ਕਰ ਰਹੇ ਕਿ ਘੱਟੋ ਘੱਟ ਵਰਤੋ, ਤੁਹਾਨੂੰ ਪੈਸਾ ਮਿਲ ਜਾਊਗਾ। ਨਹੀਂ, ਮੈਨੂੰ ਲੱਗਦਾ ਵੀ ਸੰਧੂ ਸਾਹਿਬ ਰੋਲ ਘਚੋਲਾ ਪਾ ਰਹੇ ਨੇ। ਅਸਲੀਅਤ ਇਹ ਨਹੀਂ ਹੈ। ਜੋ ਫੈਸਲਾ ਪ੍ਰੈਸ ਵਿੱਚ ਆਇਆ ਉਹਦੇ ਮੁਤਾਬਕ ਇਹ ਆ ਵੀ ਬਿੱਲ ਕਿਸਾਨਾਂ ਨੂੰ ਆਉਣਗੇ, ਉਹ ਬਿੱਲ ਪੇ ਕਰਨਗੇ, ਉਹ ਤੋਂ ਬਾਅਦ ਉਹਨਾਂ ਦੇ ਖਾਤੇ ਦੇ ਵਿੱਚ ਐਸ ਸਬਸਿਡੀ ਉਹ ਬਿੱਲ ਦੀ ਪੇਮੈਂਟ ਹੋ ਜਾਏਗੀ। ਜਿਹੜੀ ਇਹ ਕਹਿੰਦੇ ਨੇ ਸਬਸਿਡੀ ਹੋਰ 8000 ਦਾ ਜਿਵੇਂ ਮਿਸਾਲ ਦਿੰਦੇ ਨੇ ਉਹ ਆਏਗੀ, ਉਹ ਇਹ ਤੋਂ ਅਲੱਗ ਕੁਝ ਹੋਏਗਾ ਪਤਾ ਨਹੀਂ, ਪਰ ਬਿੱਲ ਇੱਕ ਵਾਰੀ ਪੇ ਕਰਨਾ ਪਏਗਾ। ਪਰ ਇਹ ਤੋਂ ਵੀ ਬਿਨਾਂ ਇੱਕ ਗੱਲ ਸਮਝਣੀ ਚਾਹੀਦੀ ਹੈ ਭਈ ਜਿਹੜੀ ਕੁਛ ਲੌਬੀ ਹੈ ਜਿਹੜੀ ਕਿਸਾਨ ਵਿਰੋਧੀ ਰਹੀ ਹੈ ਹਮੇਸ਼ਾ ਹੀ, ਉਹ ਪਲੀ ਦੋ ਤਰ੍ਹਾਂ ਦੇ ਲੈਂਦੀ ਹੈ। ਇੱਕ ਤਾਂ ਕਹਿੰਦੇ ਜੀ ਇਹਦੇ ਨਾਲ ਪਾਣੀ ਬਚੂ, ਇੱਕੋ ਕਹਿੰਦੇ ਨੇ ਜੀ ਅਸੀਂ ਤਾਂ ਤਜਰਬਾ ਕਰਕੇ ਦੇਖ ਰਹੇ ਹਾਂ। ਨਹੀਂ ਇਹ ਕਹਿ ਰਹੇ ਤੁਸੀਂ ਫालतू ਬਿਜਲੀ ਵਰਤਦੇ ਹੋ, ਫालतू ਬਿਜਲੀ ਦੀ ਮੈਂ ਬੇਨਤੀ ਕਰਾਂ। ਇੱਕ ਤਾਂ ਜਦੋਂ ਪਿਛਲੀ ਵਾਰੀ ਟਿਊਬਵੈਲ ਕਨੈਕਸ਼ਨਾਂ ਦੇ ਉੱਤੇ ਪਾਬੰਦੀ ਲਾਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ, ਉਦੋਂ ਮੈਂ ਕੇਸ ਲੜਿਆ ਸੀ। ਉੱਥੇ ਮੈਂ ਜਾ ਕੇ ਜਿਹੜੀ ਗੱਲ ਰੱਖੀ ਸੀ ਉਹਦੇ ਬੇਸਿਸ ਤੇ ਅਸੀਂ ਕੇਸ ਜਿੱਤਿਆ ਵੀ ਪਹਿਲਾਂ ਇਹ ਸਾਬਤ ਕਰੋ ਵੀ ਪਾਣੀ ਮੁਕਾਇਆ ਕਿਸਾਨ ਨੇ ਕਿ ਕਿਸੇ ਹੋਰ ਨੇ। ਘਰੇਲੂ ਖਪਤ ਤੁਹਾਡੇ ਵੱਸ 'ਚ ਨਹੀਂ, ਇੰਡਸਟਰੀ ਦੀ ਖਪਤ ਤੁਹਾਡੇ ਵੱਸ 'ਚ ਨਹੀਂ, ਪਬਲਿਕ ਸੈਕਟਰ ਦੀ ਤੁਹਾਡੇ ਵੱਸ 'ਚ ਨਹੀਂ। ਇੱਕ ਦਰਿਆ ਹਰੇਕ ਸ਼ਹਿਰ ਦੇ ਬਾਹਰ ਜਿਹੜਾ ਪਾਣੀ ਦਾ ਵਗਦਾ ਹੈ, ਤੇ ਤੁਸੀਂ ਹੁਣ ਕਣਕ ਦੀ ਫਸਲ ਹੈ, ਕਣਕ ਦੀ ਫਸਲ 'ਚ ਅਸੀਂ ਹਾਲੇ ਤੱਕ ਟਿਊਬਵੈਲ ਚਲਾਇਆ ਹੀ ਨਹੀਂ। तो कुदरत ने 2 बार मीह पाता, फसल सिरे चढ़ गई, जे एक अद्धा होर पै गया लोड़ ही नहीं पैनी। ते असीं पानी कित्थे, पानी रोज पंप हो रहा घरां विच हो रहा। ते ये पानी दे बचाउण दे बहाने नाल बिल ला के एक्चुअली तां सारे किसानां ते बिल वसूलण दी तैयारी हो रही है। नहीं पर कुछ कही जाण सब्सिडी दी दुरवरतों भी तो रोकनी है। कह रहे सब्सिडी दी दुरवरतों हो रही है। पिछले बुलारा कहते एसी चलते हैं उत्थे और ये कह रहे कि तुसी फालतू बिजली जदों ये पता हुंदा है कि कोई बिल नहीं आना मोटर चलण दिओ, जदों ये पता है कि इत्थे मीटर लग्या होया तां तुसी संकोच कर दिओ बिजली वरतन। मैनू अफसोस हुंदा है उन्हां लोकां ते जिहड़े कहंदे ने उत्थे एसी लगे ने, इन्हां नूं ये नहीं पता बिजली बोर्ड ने जिहड़ी एग्रीकल्चर सैक्टर दी सप्लाई है ओदे जिहड़े हैगे ने ग्रिड अलग बनाए ने, अलग फीडर वखरे ने, फीडर वखरे बनाते, ग्रिड ने फीडर वखरे ने, घरेलू सप्लाई वाले वखरे ने। ते जिथे और उत्थे 8 घंटे तो बाद बिजली नहीं आउंदी, 8 घंटे कह के 5-6 घंटे ही आउंदी है, उत्थे एसी कौन लाउंदा? चलो तुहानू की लगदा फिर ये क्यों हो रहा? ये नवा एक शगूफ है। असल विच इन्हां ने बिल लाउणे ने दोबारा फिर, जिवें पिछली बारी इन्हां ने एक तजर्बा कीता सी, उदों किसानां ने विरोध कीता, फिर वापस लेने पै गए। ते उसे तरह हुण इन्हां ने बिल ला के किसानां ते वसूली शुरू करनी। ठीक है मलूका साहब, तुहाडे दिमाग दे विच इवें दा आइडिया नहीं है जिवें दा इन्हां कोल आया कि दुरवरतों रोकी जावे? तुसीं क्यों नहीं मीटर ला दित्ते मोटरां दे उत्ते? दुरवरतों भी रुक जांदी, सबसिडी भी मिल जांदी। सरदार प्रकाश सिंह जी बादल ने तो 1997 च पहले कैबिनेट दे विच ही किसानां दा बिजली ते पानी फ्री कीता सी, चाहे मोगे राही आउंदा सी ते चाहे ट्यूबवैल राही आउंदा सी। तारा सिंह ने जिवें दस्सिया बड़ी हैरानी हुंदी है सानूं तां इस गल दे उत्ते, कहंदे जी सबसिडी दी दरवरतों हुंदी सी रोकणी है, कित्थे हुंदी है किसी नूं नहीं पता भी कित्थे हुंदी है। मीटर ला के जदों केरा बिल आ गया, ये नवा तजर्बा किवें कर लगे ने? पहला किसान आएगा बिल, फिर वो भर के आएगा, फिर उसदे खाते सबसिडी आएगी। फायदा ना कोई सरकार नूं होएगा ना किसान नूं होएगा। कदे भी कदे सरकार दे खाते चों कोई चीज़ गई मुड़ के अज ताईं कदे आई है? कदे गंगा गंजा हड्डियां कदे मुड़ियां ने अज ताईं? कदे सरकार कोले देण नूं तां दवानी नहीं, पेंशनां देण नूं तां इन्हां कोले पैसे है नहीं, होर सारे काम बंद है। एक बंद करन दी रवायत चल पई है सरकार दे विच कि हर चीज़ बंद। तो इत्थे ये एक सीधा निशानी है, टोह के वेखण वाली गल है किसानी नूं कि जिहड़ी ट्यूबवैलां दी आह जिहड़ी फ्री बिजली है बंद करन दे बल तुरी है सरकार। जे तां किसानां ने झल लिया ड्रामा देख करके, लोकां नूं गुमराह करके, जिवें अगे सौं खा के वोटां ले लियां, जे तां झल लिया तो फिर गए समझ लो बिल लग गए फिर तो ट्यूबवैलां दे। जे किसान खड़े हो गए सारे फिर तां नहीं लगणगे, ये वापस लैणगे, तुसीं वेख लिओ। सो किते नहीं, बिल्कुल ही ये गल गलत है। इहदे च मिलूगा की कि पहलां भरो फिर वापस लो, खात्यां च आएगी
ਹੋਏਗੀ, ਆਉਣੀ ਹੈ ਹੀ ਨਹੀਂ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਿਸਾਨ ਦੇ ਕੋਲ ਜੇ ਪੈਸੇ ਹੋਣ ਤਾਂ ਉਹ ਪਹਿਲਾਂ ਭਰੇਗਾ ਕਿਵੇਂ? ਉਹ ਵਿਆਜ ਤੇ ਬਿੱਲ ਭਰ ਹੀ ਨਹੀਂ ਸਕਦਾ। ਜੋ ਇਸ ਵੇਲੇ ਮੋਟਰਾਂ 'ਚ ਬਿੱਲ ਲੱਗੇ ਨੇ 15-20 ਹਜ਼ਾਰ ਬੰਦੇ ਨੂੰ ਇੱਕ ਨੂੰ ਬਿੱਲ ਆਏਗਾ ਘੱਟੋ ਘੱਟ, ਤੇ ਬਿੱਲ ਭਰਨ ਨੂੰ ਕਿਸੇ ਕੋਲ ਪੈਸੇ ਹੈ ਨਹੀਂ। ਸੰਘੇੜਾ ਸਾਹਿਬ ਸਰਕਾਰ ਦਾ ਤਰਕ ਤੁਹਾਨੂੰ ਠੀਕ ਲੱਗਦਾ? ਪਾਇਲਟ ਪ੍ਰੋਜੈਕਟ ਲਾ ਰਹੇ ਨੇ ਹਾਲੇ, ਜੇ ਪਾਸ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। ਸੰਧੂ ਸਾਹਿਬ ਦੀ ਗੱਲ ਜਿਹੜੀ ਆਪਾਂ ਉਹਨੂੰ ਰੌਲੇ ਝੋਲੇ 'ਚ ਨਾ ਪਾਈਏ। ਜਿਹੜੀ ਇਹ ਗੱਲ ਕਹਿੰਦੇ ਆ ਜਾਂ ਜਿਸ ਤਰ੍ਹਾਂ ਆਪਾਂ ਉਹਨੂੰ ਟਰਾਂਸਲੇਟ ਕਰ ਰਹੇ ਆ, ਦੋਨੇ ਹੀ ਚੀਜ਼ਾਂ ਅਸਲ 'ਚ ਸੇਮ ਨੇ। ਸੰਧੂ ਸਾਹਿਬ ਇਹ ਕਹਿ ਰਹੇ ਆ ਕਿ ਜੇ ਕਿਸੇ ਦਾ ਬਿੱਲ ਜੋ ਵੀ ਆਉਂਦਾ ਆ ਉਹ ਭਰਿਆ ਨਹੀਂ ਜਾਏਗਾ, ਜੇ ਉਹਦੇ ਸਾਲ ਬਾਅਦ 40,000 ਬਿੱਲ ਆ ਤਾਂ ਉਹਨੂੰ 8,000 ਹੋਰ ਦੇ ਦਿੱਤਾ ਜਾਏਗਾ। ਇਹ ਕਹਿਣ ਦੀ ਕੋਸ਼ਿਸ਼ ਕਰਦੇ ਆ। ਵੈਸੇ ਇਦਾਂ ਹੈ ਨਹੀਂ ਹੈ, ਜੋ ਮੀਡੀਆ 'ਚ ਹੁਣ ਤੱਕ ਆਇਆ, ਜੋ ਸਾਰਾ ਕੁਝ ਆਇਆ ਉਹਦੇ ਨਾਲ ਵੀ ਉਹੋ ਹੀ ਚੀਜ਼ ਹੋਣੀ ਆ ਜੋ ਅਸੀਂ ਹੁਣ ਕਿਆਸ ਰਾਈਆਂ ਲਾ ਰਹੇ ਹਾਂ, ਜੋ ਰਾਜੇਵਾਲ ਸਾਹਿਬ ਨੇ ਦੱਸਿਆ ਜਾਂ ਜੋ ਆਮ ਆਦਮੀ ਪਾਰਟੀ ਸਮਝਦੀ ਆ ਵੀ ਇਹ ਕੇਵਲ ਤੇ ਕੇਵਲ ਬਿੱਲ ਲਾਉਣ ਦੀ ਤਿਆਰੀ ਹੈ। ਇਹ ਸਾਨੂੰ ਸਹੇ ਦਾ ਨਹੀਂ ਡਰ ਹੈਗਾ, ਸਾਨੂੰ ਪੈਸੇ ਦਾ ਡਰ ਆ। ਉਹ ਪੈਸਾ ਸ਼ਰੇਆਮ ਦਿਸ ਰਿਹਾ ਆ ਹਰ ਇੱਕ ਵਿਅਕਤੀ ਦੀ, ਹਰ ਇੱਕ ਸਰਕਾਰ ਦੀ। ਬਈ ਕੋਈ ਸਰਕਾਰ ਦੀ ਕੋਈ ਨੀਤੀ ਹੁੰਦੀ ਆ, ਉਹ ਪਤਾ ਲੱਗਦਾ ਹੁੰਦਾ ਵੀ ਖੱਬੇ ਸੱਜੇ ਦੀ ਮੁੜ ਘੜ ਕੇ ਫਿਰ ਉਧਰ ਨੂੰ ਜਾਂਦੀ ਹੈ। ਜੋ ਵਿਅਕਤੀ ਹੁੰਦਾ ਆ ਉਹਦੀ ਸੋਚ ਦਾ ਵੀ ਪਤਾ ਹੁੰਦਾ ਆ। ਮੈਂ ਇਸ ਦਾ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੀ ਵਿਅਕਤੀਗਤ ਤੌਰ ਤੇ ਇੱਜ਼ਤ ਕਰਦਾ ਆ, ਪਰ ਜੋ ਉਹਨਾਂ ਦੀ ਅਪਰੋਚ ਹੈ ਖੇਤੀਬਾੜੀ ਸਬਸਿਡੀਆਂ ਬਾਰੇ, ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਛੱਡਿਆ ਸੀਗਾ, ਉਦੋਂ ਵੀ ਪ੍ਰੋਬਲਮ ਸਾਰੀ ਆਈ ਸੀਗੀ, ਉਹਨਾਂ ਛੱਡਿਆ ਸੀ ਜਾਂ ਉਹਨਾਂ ਨੂੰ ਮਤਲਬ ਬਰਖਾਸਤ ਕੀਤਾ ਗਿਆ, ਉਦੋਂ ਇਹਨਾਂ ਗੱਲਾਂ ਤੋਂ ਹੀ ਗੱਲ ਸ਼ੁਰੂ ਹੋਈ ਸੀ। ਉਹਨਾਂ ਦੀ ਸੋਚ ਦੇ ਵਿੱਚ ਇੱਕ ਗੱਲ ਫਸੀ ਹੋਈ ਹੈ ਕਿ ਸਬਸਿਡੀਆਂ ਜਿਹੜੀਆਂ ਡਿਵੈਲਪਮੈਂਟ ਦੇ ਉਲਟ ਹੁੰਦੀਆਂ ਆ, ਜਦ ਕਿ ਇਸ ਤਰ੍ਹਾਂ ਨਹੀਂ ਹੈ। ਸਬਸਿਡੀਜ਼ ਔਰ ਪ੍ਰਾਈਸ ਸਪੋਰਟ ਤਾਂ ਖੇਤੀਬਾੜੀ ਦਾ ਅੰਗ ਹੈ, ਤੋਂ ਬਿਨਾਂ ਖੇਤੀਬਾੜੀ ਸਰਵਾਈਵ ਹੀ ਨਹੀਂ ਕਰ ਸਕਦੀ। ਇਹ ਮੈਂ ਨਹੀਂ ਕਹਿੰਦਾ, ਕਿਸਾਨ ਯੂਨੀਅਨ ਰਾਜੇਵਾਲ ਸਾਹਿਬ ਨਹੀਂ ਕਹਿੰਦੇ, ਇਕਨੋਮਿਸਟ ਕਹਿੰਦੇ ਨੇ, ਐਗਰੀਕਲਚਰ ਇਕਨੋਮਿਸਟ ਕਹਿੰਦੇ ਨੇ। ਇਹ ਸਬਸਿਡੀਜ਼ ਜਾਂ ਪ੍ਰਾਈਸ ਸਪੋਰਟ ਦੋਨੇ ਚਾਹੀਦੀਆਂ ਖੇਤੀਬਾੜੀ ਨੂੰ, ਤਾਂ ਖੇਤੀਬਾੜੀ ਸਰਵਾਈਵ ਕਰੂਗੀ। ਚਾਹੇ ਉਹ ਅਮਰੀਕਾ ਦੀ ਖੇਤੀਬਾੜੀ ਹੋਵੇ, ਚਾਹੇ ਉਹ ਇੰਡੀਆ ਦੀ ਖੇਤੀਬਾੜੀ ਹੋਵੇ, ਚਾਹੇ ਪੰਜਾਬ ਦੀ ਹੋਵੇ। ਫਿਰ ਇਹ ਤਰਕ ਦਿੰਦੇ ਆ ਅਸੀਂ 2 ਲੱਖ ਤੱਕ ਕਰਜ਼ਾ ਮਾਫ ਕਰਤਾ, ਜਿਹੜਾ ਕਰਨਾ ਸੀ ਉਹ ਕੀਤਾ ਨਹੀਂ ਇਹਨਾਂ ਨੇ। ਬਿੱਲ ਲਾ ਕੇ ਹੁਣ ਇਹਨਾਂ ਨੇ ਹੌਲੀ ਹੌਲੀ ਦੂਸਰੇ ਪਾਸੇ ਨੂੰ ਆ, ਫਿਰ ਕਹਿਣਗੇ ਸਰਕਾਰ ਕੋਲ ਪੈਸੇ ਆ ਨਹੀਂ, ਵੱਡਿਆਂ ਤੇ ਲਾ ਦਿੰਦੇ ਆ, ਫਿਰ ਕਹਿਣਗੇ ਸਾਰਿਆਂ ਤੇ ਲਾ ਦਿੰਦੇ ਆ। ਮੈਂ ਇੱਕ ਬੇਨਤੀ ਕਰਾਂ, 1% ਮਾਰਕੀਟ ਫੀਸ ਤੇ 1% ਜਿਹੜਾ ਰੂਰਲ ਡਿਵੈਲਪਮੈਂਟ ਫੰਡ ਵਧਾ ਕੇ 900 ਕਰੋੜ ਰੁਪਈਆ ਜਿਹੜਾ ਉਧਰੋਂ ਇਕੱਠਾ ਕਰਨਾ ਹੈ। 167 ਕਰੋੜ ਆਲੇ ਖਾਤਿਆਂ 'ਚ ਤਾਂ ਆਇਆ ਨਹੀਂ, ਪਰ 167 ਪਲੱਸ 548 ਉਹ ਤਾਂ ਪਹਿਲਾਂ ਹੀ ਕੱਢ ਲਿਆ ਸਾਡੇ ਕੋਲੋਂ। ਤੋ ਇਨਡਾਇਰੈਕਟ ਟੈਕਸੇਸ਼ਨ ਕਰਕੇ ਇਹ ਹਾਲੇ ਫੇਰ ਰਾਏ ਦੇਤੀ ਸਰ ਮਨਪ੍ਰੀਤ ਸਿੰਘ ਨੇ ਦਿੱਲੀ ਵਾਲਿਆਂ ਨੂੰ ਵੀ ਇਹਨਾਂ ਤੇ 50 ਪੈਸੇ ਸੈਂਕੜਾ ਟੈਕਸ ਲਾਓ। ਇੱਕ ਮਿੰਟ ਆਣਾ ਗਰੇਵਾਲ ਸਾਹਿਬ, ਤੁਹਾਨੂੰ ਵੀ ਇਹੀ ਲੱਗਦਾ ਕਿ ਜਿਸ ਤਰ੍ਹਾਂ ਸਾਰੇ ਬੁਲਾਰੇ ਕਹਿ ਰਹੇ ਨੇ ਕਿ ਇਹ ਟੈਕਸ ਜਿਹੜੇ ਬਿੱਲ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹ ਹੌਲੀ ਹੌਲੀ ਝਟਕਾ ਦਿੱਤਾ ਜਾ ਰਿਹਾ ਕਿ ਇੱਕਦਮ ਝਟਕਾ ਨਾ ਦਿੱਤਾ ਜਾਏ? ਇਸ ਤਰ੍ਹਾਂ ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਖੋਜ ਦਾ ਵਿਸ਼ਾ ਆ, ਰਿਸਰਚ ਕਰਨੀ ਪਊ ਇਹਦੇ ਤੇ ਕਿ ਇਹ ਮੀਟਰਾਂ ਵਾਲੀ ਜਿਹੜੀ ਕੰਪਨੀ ਆ ਉਹਦੇ ਨਾਲ ਕੋਈ ਤਾਲਮੇਲ ਤਾਂ ਨਹੀਂ, ਕਿਸੇ ਦੀ ਬੰਦ ਪਈ ਇੰਡਸਟਰੀ ਹੋਵੇ ਉਹ ਚਲਾਉਣੀ ਹੋਵੇ, ਇਹਦੀ ਕੋਈ ਜ਼ਰੂਰਤ ਨਹੀਂ ਹੈ। ਜਦੋਂ ਸਰਕਾਰ ਕੋਲ ਪੈਸੇ ਨਹੀਂ ਹੈ ਤਾਂ ਸਰਕਾਰ ਇਹ ਫालतू ਦਾ ਕੰਮ ਕਿਉਂ ਕਰਨ ਲੱਗੀ ਹੈ? ਔਰ ਦੂਸਰਾ, ਕਿਸਾਨ ਦਾ ਇਹਨਾਂ ਕੋਲ ਤਨਖਾਹ ਦੇਣ ਨੂੰ ਪੈਸੇ ਨਹੀਂ, ਕਿਸਾਨ ਦੇ ਸਬਸਿਡੀ ਦੇ ਪੈਸੇ ਕਹਿੰਦੇ ਆ ਗਾਰੰਟੀ ਦਿੰਦੇ ਅਸੀਂ ਉਹਦੇ 'ਚ ਪਾ ਦਿਆਂਗੇ, ਅਕਾਊਂਟ 'ਚ ਭੇਜ ਦਿਆਂਗੇ। ਅਕਾਊਂਟ 'ਚ ਭੇਜਣ ਨਾਲ ਤੁਸੀਂ ਬਿਜਲੀ ਬੋਰਡ ਨੂੰ ਜੋ ਪਹਿਲਾਂ ਵਿਵਸਥਾ ਹੈਗੀ ਆ ਉਹ ਚੱਲਦੀ ਹੋਈ ਕੋਈ ਬੁਰੀ ਹੈ? ਤਾਂ ਮੈਂ ਇਹ ਸਮਝਦਾ ਕਿ ਕੋਈ ਨਾ ਕੋਈ ਚਾਲਬਾਜ਼ੀ ਕਰ ਰਹੀ ਹੈ ਕਾਂਗਰਸ। ਇਹ ਕਿਸਾਨ ਵਿਰੋਧੀ ਪਾਰਟੀ ਆ, ਕਿਸਾਨਾਂ ਦੀ ਦੁਸ਼ਮਣ, ਇਸ ਕਰਕੇ ਇਦਾਂ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ਔਰ ਇਹਨਾਂ ਨੇ ਹੌਲੀ ਹੌਲੀ ਇਹ ਸਬਸਿਡੀ ਬੰਦ ਕਰਨੀ ਆ। ਔਰ ਅੱਜ ਮੈਂ ਇੱਕ ਚੀਜ਼ ਇੱਥੇ ਹੋਰ ਕਹਿਣਾ, ਕੈਪਟਨ ਅਮਰਿੰਦਰ ਸਿੰਘ ਤਾਂ 5 ਏਕੜ ਜਾਂ 2.5 ਏਕੜ ਵਾਲੇ ਦੀ ਗੱਲ ਕਰਦੇ ਆ। ਮੈਂ ਕਹਿਣਾ ਕਿ ਉਹ 10 ਏਕੜ ਜ਼ਮੀਨ ਲੈ ਕੇ 1 ਸਾਲ ਖੇਤੀ ਕਰਕੇ ਦੇਖ ਲੈਣ, ਘਾਟੇ 'ਚ ਜਾਊਗੀ। ਇਸ ਕਰਕੇ ਉਹਨਾਂ ਨੂੰ ਤਰਸ ਕਰਨਾ ਚਾਹੀਦਾ ਕਿਸਾਨ ਤੇ, ਇਹ ਕੰਮ ਨਾ ਕਰਨ। ਅੰਨਦਾਤਾ ਹੋਵੇ, ਤਰਸ ਦੀ ਗੱਲ ਨਹੀਂ, ਕਿਸਾਨ ਦਾ ਹੱਕ ਬਣਦਾ ਹੈ, ਕਿਸਾਨੀ ਨੂੰ ਕੁਚਲ ਰਹੇ। ਠੀਕ, ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਇੱਕ ਅਹਿਮ ਮੁੱਦਾ ਜਿਹੜਾ ਸਾਹਮਣੇ ਆਇਆ ਕਿ ਮੋਟਰਾਂ ਦੇ ਉੱਤੇ ਬਿੱਲ ਆਏ ਜਾਣਗੇ। ਸੰਧੂ ਸਾਹਿਬ ਕਹਿੰਦੇ ਨੇ ਕਿ ਬਿੱਲ ਨਹੀਂ ਆਣਗੇ, ਸਬਸਿਡੀ ਸਿੱਧੀ ਖਾਤਿਆਂ ਦੇ ਵਿੱਚ ਜਾਏਗੀ। ਸੰਧੂ ਸਾਹਿਬ, ਉਹ ਹਾਲੇ ਤੱਕ ਸਾਨੂੰ ਕਲੀਅਰ ਨਹੀਂ ਹੋਇਆ, ਪਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹਨਾ, ਜਿਹੜੀ ਮਲੂਕਾ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਅਸੀਂ ਆਲਰੇਡੀ ਫੀਡਰ ਨੇ ਜਿਹੜੇ ਐਗਰੀਕਲਚਰ ਦੇ ਉਹ ਅਲੱਗ ਕੀਤੇ ਹੋਏ ਨੇ, ਜਿੱਥੋਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਐਗਰੀਕਲਚਰ ਲਈ ਤੁਹਾਡੀ ਜਿਹੜੀ ਵਰਤੋਂ ਬਿਜਲੀ ਦੀ ਉਹ ਕਿੰਨੀ ਜਾ ਰਹੀ ਹੈ। ਫਿਰ ਦੁਬਾਰਾ ਮੀਟਰ ਲਾਉਣ ਦੀ ਜ਼ਰੂਰਤ ਕੀ ਹੈ? ਇਸ ਕਰਕੇ ਕਿ ਇੱਕ ਇੰਡੀਵਿਜੂਅਲ ਜਿਹੜਾ ਬੰਦਾ ਜਿਹਦਾ ਟਿਊਬਲ ਲੱਗਾ ਉਹਦੀ ਰਕਬਾ ਕਿੰਨਾ
ਔਰ ਉਹਦੇ ਤੇ ਬਿਜਲੀ ਦੀ ਖਪਤ ਕਿੰਨੀ ਹੋ ਰਹੀ ਆ, ਉਹਦੇ ਚ ਵੇਸਟੇਜ ਕਿੰਨੀ ਜਾ ਰਹੀ ਹੈ। ਇਹਦਾ ਸਾਰਾ ਡਾਟਾ ਉਸ ਫੀਡਰ ਤੋਂ ਨਹੀਂ ਮਿਲ ਸਕਦਾ? ਨਹੀਂ ਮਿਲ ਸਕਦਾ, ਫੀਡਰ ਤੋਂ ਨਹੀਂ ਮਿਲ ਸਕਦਾ। ਉਹ ਤਾਂ ਕਨੈਕਟਰ ਮਿਲਦਾ ਨਾ ਫੀਡਰ ਤੋਂ, ਜਿਹੜੇ ਉਹਦੇ ਨਾਲ ਕਨੈਕਟਡ ਹੈ। ਇੱਕ ਹੈਗਾ ਇੰਡੀਵਿਜੂਅਲ ਨੰਬਰ 1। ਤੁਸੀਂ ਕਰੋਗੇ ਕੀ ਉਹਦਾ? ਫਿਰ ਉਹਦਾ ਕਰਾਂਗੇ ਇਹ ਕਿ ਇੱਕ ਤਾਂ ਉਹਦੇ ਤੇ ਸਾਈਕੋਲੋਜੀਕਲ ਇਹ ਹੋਊਗਾ ਵੀ ਮੈਂ ਇਹਨੂੰ ਘੱਟ ਬਿਜਲੀ ਨੂੰ ਖਰਚ ਕਰਾਂ। ਇੱਕ ਉਹਨੂੰ ਅੱਛਾ, ਇਹ ਮੰਨ ਕੇ ਚੱਲੀਏ, ਇੱਕ ਮਿੰਟ, ਇਹ ਮੰਨ ਕੇ ਚੱਲੀਏ ਕਿ ਦੁਰਵਰਤੋਂ ਕਰਦਾ ਕਿਸਾਨ ਬਿਜਲੀ ਦੀ, ਤੁਹਾਡੇ ਕਹਿਣ ਮੁਤਾਬਕ ਉਹਦਾ ਰੀਜਨ ਹੈ, ਇਹ ਇੱਕ ਹਿਊਮਨ ਨੇਚਰ ਹੈ। ਜਿੰਨੀ ਮਰਜ਼ੀ ਮਤਲਬ ਰਾਤ ਨੂੰ ਸ਼ਾਮ ਨੂੰ ਛੱਡ ਕੇ ਆ ਜਾਓ, ਸਾਰੀ ਜਵਾਬ ਲੈ ਲਵਾਂ ਪਹਿਲਾਂ। ਇੱਕ ਮਿੰਟ ਜਵਾਬ ਲੈ ਲਓ ਰਾਜਵੰਤ ਸਾਹਿਬ, ਇਹਦਾ ਜਵਾਬ ਤਾਂ ਲੈ ਲਈਏ ਨਾ। ਜਿਹੜਾ ਤੁਹਾਡਾ ਪਹਿਲਾ ਤਰਕ ਹੈ ਕਿ ਸਾਈਕੋਲੋਜੀਕਲ ਬੰਦੇ ਤੇ ਇਹ ਹੋਏਗਾ ਕਿ ਮੀਟਰ ਲੱਗ ਰਿਹਾ, ਇਸ ਕਰਕੇ ਘੱਟ ਵਰਤੋਂ, ਆਪਾਂ ਕਿਸਾਨ ਤੋਂ ਪੁੱਛ ਲੈਂਦੇ ਆ ਕਿ ਤੁਸੀਂ ਕਿਉਂ ਫालतू ਬਿਜਲੀ ਬਾਲਦੇ ਹੋ ਜੀ ਜਦੋਂ ਫ੍ਰੀ ਹੈ। ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਦਿਨ ਰਾਤ ਮੋਟਰਾਂ ਚਲਾਈ ਜਾਓ। ਇਹ ਤਾਂ ਐਵੇਂ ਬਹਾਨੇਬਾਜ਼ੀ ਹੈ। ਜੇ ਕਿਸਾਨ ਫालतू ਪਾਣੀ ਲਏਗਾ ਫਸਲ ਮਰ ਜਾਏਗੀ। ਪਾਣੀ ਦਾ ਇੱਕ ਲਿਮਿਟ ਹੈ, ਇੱਕ ਲਿਮਿਟ ਤੱਕ ਹੀ ਪਾਣੀ ਲਾਉਣਾ ਹੁੰਦਾ। ਇਹ ਹੁਣ ਐਵੇਂ ਜਦੋਂ ਕੋਈ ਹੋਰ ਬਹਾਨਾ ਨਹੀਂ ਲੱਭਦਾ, ਇਹਨਾਂ ਨੇ ਇਹ ਕਹਿ ਦਿੱਤਾ ਵੀ ਜੀ ਉਹ ਦੁਰਵਰਤੋਂ ਕਰਦਾ। ਏਸੀ ਵੀ ਚਲਾਉਂਦੇ ਹੋ? ਨਹੀਂ ਹਰਪ੍ਰੀਤ, ਏਸੀ ਉੱਤੇ ਕਿੱਥੇ ਲੱਗ ਗਏ? ਨਹੀਂ ਹਰਪ੍ਰੀਤ ਜੀ, ਗੱਲ ਇੱਥੇ ਸਾਬਤ ਹੋ ਜਾਂਦੀ ਹੈ। ਹੁਣ ਮੀਂਹ ਪੈ ਗਿਆ, ਹੁਣ ਮੋਟਰਾਂ ਨਹੀਂ ਨਾ ਚਲਾਉਂਦਾ ਕਿਸਾਨ, ਤੇ ਜੇ ਐਵੇਂ ਚਲਾਉਂਦਾ ਹੋਵੇ ਤਾਂ ਹੁਣ ਵੀ ਚਲਾਈ ਜਾਵੇ। ਇਸੇ ਤਰ੍ਹਾਂ ਜੇ ਪਾਣੀ ਦੀ ਲੋੜ ਆ ਉਨਾ ਹੀ ਚਲਾਉਂਦਾ ਕਿਸਾਨ, ਫालतू ਨਹੀਂ ਚਲਾਉਂਦਾ, ਉਹਦੇ ਨਾਲ ਫਸਲ ਮਰ ਜਾਏਗੀ। ਇਹ ਤਰਕ ਠੀਕ ਨਹੀਂ ਹੈਗਾ। ਗੱਲ ਪੈਡੀ ਦੀ ਕਰਨਗੇ ਵੀ ਪੈਡੀ 'ਚ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਪਰ ਪੈਡੀ ਦੇ ਵਿੱਚ ਵੀ ਥੋੜੇ ਦਿਨ ਪਾਣੀ ਖੜਾ ਰੱਖਣਾ ਹੁੰਦਾ, ਬਾਅਦ 'ਚ ਪਾਣੀ ਨੂੰ ਕੱਢਣਾ ਹੁੰਦਾ ਆ ਜਦੋਂ ਕ੍ਰਸਟ ਬਣ ਜਾਂਦੀ ਆ। ਔਰ ਬਿਜਲੀ ਜਿਹੜੀ ਆ ਉਹਦਾ ਟਾਈਮ ਹੀ ਇੰਨਾ ਕੁ ਹੁੰਦਾ ਹੈ ਵੀ ਉਹ ਆਪਣਾ ਝੋਨਾ ਮਸਾਂ ਪਾਲ ਸਕਦਾ। ਦਿਨ ਤਾਂ 8 ਘੰਟੇ ਆ, ਉਹਦੇ 'ਚ ਵੀ ਆ ਗਈ ਉੱਠ ਗਈ, ਆ ਗਈ ਉੱਠ ਗਈ। ਇਹਦੇ 'ਚ ਮੈਂ ਇੱਕ ਗੱਲ ਕਹਿਣੀ ਆ, ਜਿਹੜਾ ਇਹ ਕਹਿੰਦੇ ਕਿਸਾਨ ਤੇ ਦਿਮਾਗ ਤੇ ਬੋਝ ਰਹੇਗਾ ਕਿ ਵੀ ਉਹ ਬਿਜਲੀ ਘੱਟ ਵਰਤੇ। ਪਹਿਲਾਂ ਬੋਝ ਘੱਟ ਆ, ਪਹਿਲਾਂ 375 ਕਿਸਾਨਾਂ ਨੇ ਸੁਸਾਈਡ ਕਰ ਲਿਆ ਜਦੋਂ ਦੀ ਸਰਕਾਰ ਆਈ ਆ। ਜ਼ਿਆਦਾ ਕਰਾਉਣਾ ਇਹਨਾਂ ਨੇ, ਕਿਉਂ ਬੋਝ ਪਾਉਂਦੇ ਆ ਕਿਸਾਨ ਦੇ ਦਿਮਾਗ ਤੇ? ਹਾਂਜੀ ਸੰਧੂ ਸਾਹਿਬ, ਨਾਲੇ ਕੋਈ ਪੋਜ਼ਿਟਿਵ ਤਰੀਕਾ ਥੋੜੀ ਆ, ਤੁਸੀਂ ਉਦਾਂ ਉਤਸ਼ਾਹਿਤ ਕਰੋ, ਐਜੂਕੇਟ ਕਰੋ। ਨਾਲੇ ਵੱਡੀ ਗੱਲ ਇਹ ਹੈ, ਜਦ ਤੁਸੀਂ ਕਿਸਾਨਾਂ ਨੇ ਬਿੱਲ ਹੀ ਨਹੀਂ ਦੇਣਾ, ਫਿਰ ਉਹਨੂੰ ਕਾਹਦੀ ਟੈਨਸ਼ਨ ਹੈ? ਉਹ ਤਾਂ ਮੀਟਰ ਲੱਗਿਆ ਪਤਾ ਤਾਂ ਵੀ ਫੂਕੀ ਜਾਏਗਾ ਬਿਜਲੀ। ਨਹੀਂ, ਜੇ ਇਹਨਾਂ ਨੇ ਇਹੀ ਅੰਦਾਜ਼ਾ ਲਾਉਣਾ ਵੀ ਕਿੰਨੀ ਬਿਜਲੀ ਫੂਕੀ ਗਈ, ਬੜਾ ਸਿੰਪਲ ਤਰੀਕਾ ਹੈਗਾ। ਤੁਸੀਂ ਫੀਡਰ ਜਿੱਥੋਂ ਸ਼ੁਰੂ ਹੁੰਦਾ ਉੱਥੇ ਮੀਟਰ ਲਾ ਦਿਓ, ਸਾਰੇ ਉਸ ਫੀਡਰ ਦੀ ਕਿੰਨੀ ਕੰਜ਼ੰਪਸ਼ਨ ਪਤਾ ਲੱਗ ਜਾਂਦਾ। ਇਹਨਾਂ ਦੀ ਸਕੀਮ ਬੜੀ ਵਧੀਆ ਹੈ। ਮੈਂ ਇੱਕ ਗੱਲ ਹੋਰ ਸੁਝਾ ਦੇ ਦਿੰਦਾ ਇਹਨਾਂ ਨੂੰ, ਅਸੀਂ ਤਾਂ ਸਾਰੇ ਖਿਲਾਫ ਹਾਂ, ਚਾਰੇ ਜਣੇ ਜਿਹੜੇ ਬੈਠੇ ਆ। ਸਾਨੂੰ ਤੇ ਸਕੀਮ ਪਸੰਦ ਨਹੀਂ, ਨਾ ਅਸੀਂ ਲੱਗਣ ਦੇਣੇ ਆ ਮੀਟਰ, ਜੋ ਮਰਜ਼ੀ ਕਰਨਾ ਪਵੇ, ਮਰ ਜਾਾਂਗੇ ਮੀਟਰ ਨਹੀਂ ਲੱਗਣ ਦਿੰਦੇ। ਇੱਥੇ ਕਹਿੰਦੇ ਆ ਟੀਵੀ ਤੇ। ਇੱਕ ਮੈਂ ਬੇਨਤੀ ਕਰਦਾ ਕਿ ਕਾਂਗਰਸੀਆਂ ਦੇ ਲਾ ਲੈਣ ਸਾਰੇ, ਉੱਥੇ ਤਜਰਬਾ ਕਰ ਲੈਣ, ਉਹਨਾਂ ਨੂੰ ਸਬਸਿਡੀ ਦੇ ਦੇਣ, ਉਹਨਾਂ ਨੂੰ ਫਾਇਦਾ ਦੇ ਦੇਣ। ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਕਾਂਗਰਸੀਆਂ ਦੇ ਮੀਟਰ ਲਾ ਲੈਣ, ਉਹਨਾਂ ਨੂੰ ਸਬਸਿਡੀ ਦੇ ਦੇਣ, ਜੇ ਲਾ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਕਾਂਗਰਸੀਆਂ ਦੇ ਆਪਦੇ ਜਿੰਨੇ ਲੀਡਰ ਹੈ ਸਾਰੇ ਲਾ ਲੈਣ, ਸਾਡਾ ਖੇੜਾ ਛੱਡਣ, ਅਸੀਂ ਨਹੀਂ ਲਵਾਉਣਾ। ਸੰਧੂ ਸਾਹਿਬ, ਦੂਜਾ ਤਰਕ ਕੀ ਹੈ? ਪਹਿਲਾ ਤਰਕ ਤਾਂ ਤੁਹਾਡਾ ਇਹ ਦੱਸ ਦਿੱਤਾ ਇਹਨਾਂ ਨੇ ਕਿ ਕੋਈ ਦੁਰਵਰਤੋਂ ਨਹੀਂ ਹੋਈ। ਪੰਜਾਬ ਦੇ ਵਿੱਚ 127 ਬਲਾਕਾਂ ਚੋਂ 112 ਦੇ ਕਰੀਬ ਡਾਰਕ ਜ਼ੋਨ ਵੱਲ ਨੂੰ ਵਧ ਰਹੇ ਆ। ਪਾਣੀ ਨੂੰ ਬਚਾਉਣ ਦੀ ਲੋੜ ਹੈ। ਇੱਕ ਗੱਲ ਮੈਂ ਜਦੋਂ ਸਪਸ਼ਟ ਕਹਿੰਦਾ ਕਿ ਕੈਬਨਿਟ ਦਾ ਜਿਹੜਾ ਡਿਸੀਜਨ ਹੈ ਉਹ ਇਹ ਨਹੀਂ ਕਿ ਕਿਸਾਨ ਨੂੰ ਬਿੱਲ ਆਊਗਾ ਔਰ ਉਹ ਭਰੂਗਾ, ਜਿਵੇਂ ਬੀਜੇਪੀ ਵਾਲਿਆਂ ਨੇ ਸਿਲੰਡਰ ਤੇ ਕੀਤਾ ਵੀ ਸਿਲੰਡਰ ਲੈਣ ਲਈ ਪਹਿਲਾਂ ਜਾਂਦਾ ਬੰਦਾ ਕੰਜ਼ਿਊਮਰ, ਉਹ ਸਿਲੰਡਰ ਨੂੰ ਲਿਆਉਂਦਾ ਪੈਸੇ ਦੇ ਕੇ, ਮੁੜ ਕੇ ਸਬਸਿਡੀ ਉਹਦੇ ਖਾਤੇ 'ਚ ਆਉਂਦੀ। ਇੱਥੇ ਇਹ ਨਹੀਂ ਹੋਣਾਗਾ। ਇੱਥੇ ਉਹਦੀ ਰਿਕਾਰਡ ਕਰਕੇ ਮੰਨ ਲਓ ਵੀ 6000 ਕਰੋੜ ਦੀ ਸਬਸਿਡੀ ਹੁਣ ਦਿੱਤੀ ਜਾ ਰਹੀ ਹੈ, ਸਰਕਾਰ ਦੇ ਰਹੀ ਬਿਜਲੀ ਬੋਰਡ ਨੂੰ। ਬਿਜਲੀ ਬੋਰਡ ਉਹਦੀ ਰਿਕਾਰਡਿੰਗ ਕਰੂਗਾ ਕਿ ਇਸ ਟਿਊਬਲ ਦੀ ਕੰਜ਼ੰਪਸ਼ਨ ਜੈਨੂਇਨ ਕਿੰਨੀ ਹੈ, ਔਰ ਉਹ ਕਿਸਾਨ ਨੂੰ ਰਿਕੁਐਸਟ ਕਰੂਗਾ ਵੀ ਤੂੰ ਇਹਦੂ ਘੱਟ ਨਾ ਸਾਰ, ਤੈਨੂੰ ਅਸੀਂ ਦੇਵਾਂਗੇ 48,000 ਰੁਪਏ ਦੀ ਸਬਸਿਡੀ। ਪਰ ਉਹਦੇ ਚੋਂ ਜੇ ਤੂੰ ਘੱਟ ਬਾਲੇਗਾ ਤਾਂ ਬਾਕੀ ਜੇ 5 ਜਾਂ 6,000 ਦੀ ਤੂੰ ਘੱਟ ਬਾਲੀ ਹੈ ਉਹ ਤੇਰੇ ਖਾਤੇ 'ਚ ਨਗਦ ਜਾਊਗਾ, ਨਾ ਕਿ ਉਹ ਬਿੱਲ ਭਰੂਗਾ ਜਾ ਕੇ ਬਿਜਲੀ ਬੋਰਡ 'ਚ। ਇਹ ਕੈਟਾਗਰੀ ਹੁਣ ਭਾਵੇਂ ਆਸਾ ਹੁੰਦਾ, ਪਰ ਮੈਂ ਇਸ ਗੱਲ ਦਾ ਫਾਇਦਾ ਹੀ ਕੋਈ ਨਹੀਂ। ਉਹ ਕਿਉਂ ਕਰਨਾ ਆ? ਫਿਰ ਇਹ ਕੈਲਕੂਲੇਸ਼ਨਸ ਲਾ ਕੇ ਦੇਣਗੇ ਜਿੱਦਾਂ ਪਿੱਛੇ ਜੇ ਹੈ ਫਾਇਦਾ ਇਹੀ ਲੈ ਲੈਣ। ਇੱਕ ਬਿਆਨ ਆਇਆ ਥੋੜੇ ਪਹਿਲਾਂ, ਇੱਕ ਬਿਆਨ ਆਇਆ ਵੀ ਜੇ 50 ਪੈਸੇ ਵੀ ਕਰ ਲਾ ਦਈਏ 5 ਲੱਖ ਤੋਂ ਆਮਦਨ ਵਾਲੀ ਕਿਸਾਨਾਂ ਤੇ, ਤਾਂ ਇੰਨੇ ਕਰੋੜ ਰੁਪਈਆ ਇਕੱਠਾ ਹੋ ਜਾਊਗਾ। ਫਿਰ ਇਹ ਜਿਹੜੇ ਯੂਨਿਟ ਹੋਣਗੇ ਨਾ ਸਾਰੇ, ਉਹਦਾ ਸੁਝਾਅ ਸੀ ਇਹ ਫੈਸਲਾ ਨਹੀਂ ਤੁਸੀਂ ਸੁਝਾਅ ਦੇ ਵਿੱਚ 2 ਲੱਖ ਗਵਰਨਮੈਂਟ ਕਹਿੰਦੇ ਆ ਕਿ ਕਲਚਰ ਦੀ ਟੈਕਸੇਸ਼ਨ ਨਹੀਂ ਹੈਗੀ। ਚਲੋ ਚਲੀਏ। ਦੂਜਾ ਤਰਕ ਜਿਹੜਾ ਸੰਧੂ ਸਾਹਿਬ ਨੇ ਦਿੱਤਾ, ਜਿਹੜੀ ਗੱਲ ਮਲੂਕਾ ਸਾਹਿਬ ਨੇ ਕਹੀ ਹੈ, ਇਹਨਾਂ ਕੋਲ 900 ਵਰਕਰ ਨਹੀਂ ਹੈ ਕਾਂਗਰਸ ਪਾਰਟੀ ਕੋਲ, 900 ਮੀਟਰ ਲਾਉਣਾ ਇਹਨਾਂ ਨੇ ਆਪਣੇ ਵਰਕਰਾਂ ਦੇ, ਕਿਉਂ ਬਾਹਰ ਰਹਿਣ ਨੂੰ ਤੰਗ ਕਰਦੇ ਨੇ? ਅਸੀਂ ਫਾਇਦਾ ਲੈ ਲੈਣੀ। ਔਰ ਇੱਕ ਗੱਲ ਹੋਰ, ਇਹਨਾਂ ਨੂੰ ਮੈਂ ਬੇਨਤੀ ਕਰੂੰਗਾ, ਬਾਰ-ਬਾਰ ਕਿਸਾਨ ਸੌਫਟ ਟਾਰਗੇਟ ਬਣਾ ਕੇ ਉਹਦੇ ਤੇ ਨਾ ਹਮਲਾ ਕਰੋ। ਪਾਣੀ ਮੁਕਾਉਣ ਵਿੱਚ ਕਿਸਾਨ ਦੋਸ਼ੀ ਨਹੀਂ, ਮੈਂ ਇਹਦੇ ਤੇ ਬੜਾ ਸਪਸ਼ਟ ਹਾਂ। ਅਸਲ 'ਚ ਕੋਈ ਕੰਮ ਕਰਨਾ ਨਹੀਂ ਚਾਹੁੰਦਾ, ਸਟੱਡੀ ਕਰਨਾ ਨਹੀਂ ਚਾਹੁੰਦਾ, ਘਰੇਲੂ ਕੰਜ਼ੰਪਸ਼ਨ ਨੂੰ ਕੋਈ ਰੋਕਣਾ ਨਹੀਂ ਚਾਹੁੰਦਾ, ਇੰਡਸਟਰੀਅਲ ਕੰਜ਼ੰਪਸ਼ਨ ਨੂੰ ਕੋਈ ਰੋਕਣਾ ਨਹੀਂ ਚਾਹੁੰਦਾ।
ਪਬਲਿਕ ਸੈਕਟਰ ਦੀ ਕੋਈ ਰੋਕਣਾ ਨਹੀਂ ਚਾਹੁੰਦਾ। ਸਾਰਾ ਜਿੰਨਾ ਗੰਦਮੰਦ ਹੈ ਕਿਸਾਨ ਦੇ ਨਾਲੇ ਗੱਲ ਇਹ ਵੀ ਸਾਹਮਣੇ ਆ ਗਈ ਹੈ ਜੇ ਪਾਣੀ ਜ਼ਿਆਦਾ ਵਰਤਦੇ ਨੇ ਤੇ ਨੁਕਸਾਨ ਵੀ ਹੋ ਰਿਹਾ ਹੈ ਜੀ। ਕਿਸਾਨ ਨਾ ਪਾਣੀ ਮੁਕਾਉਣ 'ਚ ਦੋਸ਼ੀ ਹੈ, ਨਾ ਬਿਜਲੀ ਦੀ ਦੁਰਵਰਤੋਂ 'ਚ ਦੋਸ਼ੀ ਹੈ। ਇਹ 에ਅਰ ਕੰਡੀਸ਼ਨਰਸ ਦੀ ਗੱਲ ਕਰਦੇ ਆ, ਕਿਸਾਨ ਤਾਂ ਆਤਮ ਹੱਤਿਆਵਾਂ ਕਰ ਰਿਹਾ। ਜੇ ਕੋਈ ਬਚੇ ਖੁਚੇ ਨੇ ਕੈਨੇਡਾ ਅਮਰੀਕਾ ਤੋਂ ਪੈਸਿਆਂ ਤੇ ਜਾ ਕੇ ਹੋਰ ਬਿਜ਼ਨਸ ਕਰਦਾ, ਏਸੀ ਲਵਾ ਲਿਆ ਕਿਸੇ ਨੇ, ਉਹ ਵੀ ਦੁਖਦਾ ਇਹਨਾਂ ਨੂੰ, ਫੀਡਰ ਅਲੱਗ ਨੇ। ਬਿੱਲ ਭਰਨ ਨੂੰ ਤਾਂ ਪੈਸੇ ਹੈ ਨਹੀਂ, ਖੁਦਕੁਸ਼ੀਆਂ ਕਰੀ ਜਾਂਦੇ ਆ, ਏਸੀ ਕਾਹਦੇ ਨਾਲ ਲਵਾ ਲੈਣਗੇ? ਸੰਧੂ ਸਾਹਿਬ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ ਇਹਨਾਂ ਨੂੰ, ਕਾਂਗਰਸ ਨੂੰ। ਨਹੀਂ 900 ਵਰਕਰ ਆਪਣਾ ਮਾਨਸਿਕਤਾ ਨਹੀਂ, ਇਹਦਾ ਕਾਰਨ ਹੋ ਰਿਹਾ ਹਰਬੀ ਜੀ। ਇਹ ਸਿਰਫ ਮੁੱਦਾ ਭਟਕਾਉਣਾ ਚਾਹੁੰਦੇ ਆ। ਕਰਜ਼ ਮਾਫੀ ਲਈ ਕਿਸਾਨ ਲਾਮਬੰਦ ਹੋ ਗਿਆ, ਸੜਕਾਂ ਤੇ ਆ ਗਿਆ ਆ। ਹੁਣ ਇਹ ਹੋ ਜਾਏਗਾ ਵੀ ਅਸੀਂ ਮੀਟਰ ਨਹੀਂ ਲੱਗਣ ਦੇਣੇ, ਕਰਜ਼ਾ ਮਾਫੀ ਵਾਲੀ ਗੱਲ ਪਿੱਛੇ ਰਹਿ ਜਾਊਗੀ। ਸਰਕਾਰਾਂ ਜਦੋਂ ਤਸ਼ੱਦਦ ਕਰਦੀਆਂ ਆ ਕਿਸਾਨਾਂ ਤੇ ਮਜ਼ਦੂਰਾਂ ਤੇ, ਇਹ ਤਰੀਕੇ ਅਪਣਾਏ ਜਾਂਦੇ। ਮੈਂ ਉਹੀ ਕਹਿ ਰਿਹਾ, ਇਹ ਤਰਕ ਜਿਹੜਾ ਇਹਨਾਂ ਨੇ ਦਿੱਤਾ ਕਿ ਤੁਸੀਂ ਹੁਣ ਧਿਆਨ ਹਟਾਉਣਾ ਚਾਹੁੰਦੇ ਹੋ, ਕਰਜ਼ ਮਾਫੀ ਦੀ ਪੈਸਾ ਹੈ ਨਹੀਂ, ਹੁਣ ਕਿਸਾਨਾਂ ਦੇ ਉੱਤੇ ਬਿੱਲ ਆ ਦੋ, ਬਾਅਦ ਵਿੱਚ ਕਹਿ ਦੋ ਚਲੋ ਅਸੀਂ ਬਿੱਲ ਵਾਪਸ ਲੈ ਲੈਣੇ, ਕਰਜ਼ ਮਾਫੀ ਵਾਲਾ ਰੌਲਾ ਘਚੋਲੇ ਸੀ ਖਤਮ ਹੋ ਜਾਏਗਾ। ਅਸੀਂ ਤਾਂ ਪਹਿਲੀ ਸਰਕਾਰ ਹੈ ਜਿਹਨੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਜ਼ਰੂਰਤ ਕੀਤੀ ਹੈ। ਇਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ 2008 ਚ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀ। ਜਿਹੜੇ ਹੁਣ ਵੱਡੀਆਂ ਗੱਲਾਂ ਕਰਦੇ ਬੀਜੇਪੀ ਵਾਲੇ, ਜਿਹੜਿਆਂ ਦੇ ਕਿਸਾਨਾਂ ਦੀ ਦੁੱਗਣੀ ਕਰ ਦਿਆਂਗੇ ਆਮਦਨ, ਉਹਨਾਂ ਨੇ ਸਵਾਮੀਨਾਥਨ ਕਮੇਟੀ ਤੋਂ ਵੀ ਹੱਥ ਪਿੱਛੇ ਖੋਲਿਆ ਤੇ ਉਹ ਦੇ ਦਿੱਤਾ ਐਫੀਡੈਵਿਟ। ਪਰ ਮੈਂ ਇਹ ਫੇਰ ਦੁਬਾਰਾ ਇਹ ਗੱਲ ਕਹਿਣਾ, ਇਹਨੂੰ ਜਾਣ ਕੇ ਹਾਸੇ ਚ ਅਪੋਜੀਸ਼ਨ ਇਹਨੂੰ ਇਸ ਫੈਸਲੇ ਨੂੰ ਭੁਲੇਖਾ ਖੜਾ ਕਰਨਾ ਚਾਹੁੰਦੀ ਹੈ। ਇੱਕ ਕਰਕੇ ਸੰਧੂ ਸਾਹਿਬ ਨੂੰ ਗੱਲ ਖਤਮ ਕਰਨ ਦਿਓ। ਇਹ ਜਾਣ ਕੇ ਅਪੋਜੀਸ਼ਨ ਭੁਲੇਖਾ ਖੜਾ ਕਰਨਾ ਚਾਹੁੰਦੀ ਆ। ਕਿਸਾਨ ਨੂੰ ਬਿੱਲ ਨਹੀਂ ਭਰਨਾ ਪਵੇਗਾ, ਨੰਬਰ 1। ਨੰਬਰ 2 ਤੇ ਮੀਟਰ ਲੱਗਣਗੇ, ਉਹਦੀ ਬਿਜਲੀ ਦੀ ਖਪਤ ਦੀ ਰਿਕਾਰਡਿੰਗ ਹੋਊਗੀ 2। ਤੀਜਾ, ਜੇ ਉਹ ਰਿਕੁਐਸਟ ਮੰਨ ਕੇ ਸਰਕਾਰ ਦੀ ਬਿਜਲੀ ਬੋਰਡ ਦੀ ਉਹ ਘੱਟ ਤੋਂ ਘੱਟ ਬਿਜਲੀ ਦੀ ਖਪਤ ਕਰੂਗਾ, ਜਿਹੜੀ ਉਹਦੀ ਲਾਗਤ ਬਿਜਲੀ ਤੋਂ ਘੱਟ ਕਰੂਗਾ, ਉਹਦੀ ਉਹਨੂੰ ਸਬਸਿਡੀ ਮਿਲੇਗੀ। ਚੌਥਾ ਪੁਆਇੰਟ ਵੀ ਐਡ ਕਰ ਲਓ, ਜਦੋਂ ਤੁਹਾਡਾ ਸੂਤ ਲੱਗਿਆ ਉਦੋਂ ਹੀ ਤੁਸੀਂ ਫਿਰ ਬਿੱਲ ਵੀ ਲਾ ਦਿਓਗੇ। ਇਹ ਪ੍ਰਚਾਰ ਨਹੀਂ ਗਿਆ ਹੈਗਾ ਤੁਹਾਡਾ, ਇੱਕ ਮਿੰਟ, ਇਹ ਪ੍ਰਚਾਰ ਮੁੱਖ ਵਿਰੋਧੀ ਧਿਰ ਹੈ, ਜ਼ਿੰਮੇਵਾਰੀ ਨਾਲ ਬਿਆਨ ਦੇ ਰਿਹਾ, ਤੁਸੀਂ ਇਹੀ ਕਰਨਾ ਹੈ। ਮੈਂ ਵੀ ਕਿ ਜ਼ਿੰਮੇਵਾਰੀ ਨਾਲ ਬਿਆਨ ਦਿੰਦਾ ਕਿ ਇਹ ਪ੍ਰਚਾਰ ਤੁਸੀਂ ਚੋਣਾਂ ਤੋਂ ਪਹਿਲਾਂ ਵੀ ਕੀਤਾ, ਇਹ ਪ੍ਰਚਾਰ 11 ਮਹੀਨੇ ਵੀ ਕੀਤਾ, ਔਰ ਬਿਜਲੀ ਦੀ ਸਬਸਿਡੀ ਨਹੀਂ ਖਤਮ ਕੀਤਾ, ਉਹੀ ਹੋਇਆ। ਨਾ ਤੁਸੀਂ ਤਾਂ ਕਹਿੰਦੇ ਉਹਦੇ ਸਬਸਿਡੀ ਖਤਮ ਕਰ 2 ਲੱਖ ਦਾ ਕਰਜ਼ਾ ਮਾਫ ਕਰਦਾ, ਜਿਹੜਾ ਕਿ ਤੁਸੀਂ ਫਾਈਨਾਂਸ ਮਿਨਿਸਟਰ ਤੇ ਛੱਡ ਦਿੰਦੇ ਆ ਗੱਲ। ਇਹ ਫਾਈਨਾਂਸ ਮਿਨਿਸਟਰ ਦਾ ਕੱਲੇ ਦਾ ਜਿਹੜੇ ਤਰਕ ਇਹਨਾਂ ਨੇ ਦਿੱਤੇ, ਫਿਰ ਇਤਰਾਜ਼ ਕੀ ਹੈ ਜਦ ਕਿਸਾਨ ਤੇ ਬੋਝ ਨਹੀਂ ਪੈਣਾ। ਪਹਿਲਾਂ ਤਾਂ ਇੱਕ ਬਾਰ-ਬਾਰ ਕਾਂਗਰਸ ਵਾਲੇ ਵੀਰ ਕਰਦੇ ਨੇ ਗੱਲ ਪਈ ਜੀ, ਡਾਕਟਰ ਮਨਮੋਹਨ ਸਿੰਘ ਨੇ ਪਹਿਲ ਕੀਤੀ 71,000 ਕਰੋੜ ਮਾਫ ਕੀਤਾ। ਤੁਸੀਂ ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰੋ। ਐਕਚੁਅਲੀ ਬੈਂਕਾਂ ਡੁੱਬ ਚੱਲੀਆਂ ਸੀ, ਉਸ ਵੇਲੇ ਬੈਂਕਾਂ ਨੂੰ ਬਚਾਉਣ ਵਾਸਤੇ 71,000 ਕਰੋੜ ਕੱਢਿਆ ਸੀ, ਜਿਹੜਾ ਕ੍ਰੋਨਿਕ ਡਿਫਾਲਟਰਸ ਦਾ ਮਾਫ ਕੀਤਾ ਸੀ। ਕ੍ਰੋਨਿਕ ਡਿਫਾਲਟਰਸ ਚਲੋ ਮਾਫ ਤਾਂ ਕੀਤਾ, ਦੂਜਿਆਂ ਨੇ ਤਾਂ ਕੀਤਾ ਹੀ ਕੁਝ ਨਹੀਂ। ਕਿਸਾਨਾਂ ਜਿਨ੍ਹਾਂ ਨੇ ਮਾਫ ਕੀਤਾ ਉਹ ਨਹੀਂ ਬਿਲਕੁਲ ਨਹੀਂ ਮਾਫ ਹੋਇਆ। ਪੰਜਾਬ ਦੇ ਅੱਧਾ ਪਰਸੈਂਟ ਤੋਂ ਵੀ ਘੱਟ ਕਿਸਾਨਾਂ ਨੂੰ ਉਹਦਾ ਲਾਭ ਹੋਇਆ ਸੀ। ਔਰ ਆ ਜਿਹੜਾ ਹੁਣ ਤੁਸੀਂ 5 ਲੱਖ ਰੁਪਏ ਵੀ ਇਹੋ ਜਿਹੇ ਕਿਸਾਨ ਆ, ਨਾ ਐਵੇਂ ਗਲਤਫਹਿਮੀ ਗੁੰਮਰਾਹ ਨਾ ਕਰੋ। ਸਾਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੈ ਉਹ ਸਾਰੀ ਸਕੀਮ ਜਿਹੜੀ ਸੀ ਫਲॉप ਹੋਈ ਸੀ, ਸਿਰਫ ਮਹਾਰਾਸ਼ਟਰ 'ਚ ਪੈਦਾ ਹੋਇਆ ਸੀ, ਕਿਉਂਕਿ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਨਸੋਲਵੈਂਸੀ ਪਟੀਸ਼ਨਾਂ ਫਾਈਲ ਕਰ ਦਿੱਤੀਆਂ ਸੀ। ਹੁਣ ਵੀ ਕਰਜ਼ਾ ਜਿਹੜਾ ਮਾਫੀ ਹੈ, ਇਹ ਵੀ ਅੱਜ ਵੀ ਇਹ ਡਰਾਮਾ ਹੈ। ਅਸਲ ਵਿੱਚ ਇਹਨੂੰ ਧਿਆਨ ਹਟਾਉਣ ਵਾਸਤੇ ਸਾਰਾ ਕੁਝ ਹੋ ਰਿਹਾ। ਠੀਕ ਹੈ, ਇੱਕ ਗੱਲ ਮੈਂ ਹੋਰ ਜਾਣਨਾ ਚਾਹੁੰਦਾ ਸੰਧੂ ਸਾਹਿਬ ਜੀ, ਜਿਹੜੀ ਗੱਲ ਵਾਰ-ਵਾਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਚੀਜ਼ ਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਖਜ਼ਾਨਾ ਖਾਲੀ ਹੈ, ਹੁਣ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਮੀਟਰ ਲਗਾਉਣ ਲਈ ਚਾਹੀਦੇ। ਮੀਟਰਾਂ ਤੇ ਕਿਹੜੇ ਕਰੋੜਾਂ ਲੱਗਣੇ? ਤੁਸੀਂ ਪੂਰੇ ਪੰਜਾਬ ਦੇ ਵਿੱਚ ਟਿਊਬਵੈੱਲਾਂ ਤੇ ਮੀਟਰ ਲਾਉਣ ਜਾ ਰਹੇ ਹੋ। 13,50,000 ਟਿਊਬਵੈੱਲ ਹੈ ਪੰਜਾਬ ਦੇ ਵਿੱਚ। ਥਰਮਲ ਪਲਾਂਟ ਤਾਂ ਬੰਦ ਕਰੀ ਜਾ ਰਹੇ, ਪੈਸੇ ਨਹੀਂ ਬਚਦੇ। ਸੁਵਿਧਾ ਕੇਂਦਰ ਕਹਿੰਦੇ ਬੰਦ ਕਰ ਦਿਓ ਕਿਉਂਕਿ ਪੈਸੇ ਨਹੀਂ ਬਚਦੇ। ਜਿੱਥੋਂ ਪੈਸੇ ਲੈਣਾ ਹੀ ਕੋਈ ਪੈਸੇ ਲੱਗ ਜਾਂਦੇ, ਇੱਥੇ ਵੀ ਬਚਣਗੇ। ਇਹ ਤੁਸੀਂ ਕਿਸਾਨਾਂ ਨੂੰ ਗੁੰਮਰਾਹ ਕਰਨਾ ਛੱਡ ਦਿਓ, ਇਹਦੇ ਤੇ ਵੀ ਪੈਸੇ ਬਚਣਗੇ, ਬਿਜਲੀ ਬੋਰਡ ਨੂੰ ਵੀ ਬਚਣਗੇ, ਸਰਕਾਰ ਤੇ ਵੀ ਜਿਹੜੀ ਹੈ ਸਬਸਿਡੀ ਘੱਟ ਪਾਊਗੀ। ਚਲੋ ਇਹਨਾਂ ਚਾਰਾਂ ਨੂੰ ਮੈਨੂੰ ਲੱਗਦਾ ਹੈ ਵੀ ਅੱਜ ਦੇ ਰਾਜ ਭਾਗ ਵਾਲੇ ਲੋਕ ਉਖੜ ਗਏ, ਆਪਣੀ ਲੀਹ ਤੋਂ ਲੈ ਗਏ, ਵਾਅਦੇ ਕਰ ਲਏ ਜ਼ਿਆਦਾ, ਪੂਰੇ ਹੁਣ ਹੁੰਦੇ ਨਹੀਂ, ਹੁਣ ਰੋਜ਼ ਨਵੀਂ ਗਲਤੀ ਕਰ ਦਿੰਦੇ ਨੇ। ਨਹੀਂ ਅੱਛਾ ਫਿਰ ਸੰਧੂ ਸਾਹਿਬ, ਸੜਕਾਂ ਤੇ ਕਿਸਾਨ
ਨੁਕਸਾਨ ਕਿਉਂ ਹੈ? ਇਹਨਾਂ ਚਾਰਾਂ ਨੂੰ ਛੱਡ ਦਿਓ। ਦੇਖੋ ਜੀ, ਕਿਸਾਨਾਂ ਨੂੰ ਜਿੰਨਾ ਚਿਰ ਤੱਕ ਗੱਲ ਸਮਝ ਨਹੀਂ ਆਊਗੀ, ਹੁਣ ਜੇ ਚਾਰੇ ਸਾਥੀ ਇੱਥੇ ਬੈਠੇ ਉਹਨਾਂ ਨੂੰ ਗੁੰਮਰਾਹ ਕਰੀ ਜਾਣਗੇ, ਬਿਲਕੁਲ ਪ੍ਰੈਸ ਵਿੱਚ ਬੜਾ ਸਪਸ਼ਟ ਛਪਿਆ ਜੋ ਕੈਬਨਿਟ ਨੇ ਫੈਸਲਾ ਵਰਡ ਤੁਹਾਨੂੰ ਦੱਸ ਦਿੱਤਾ ਕਿ ਕੈਬਨਿਟ ਦੇ ਵਿੱਚ ਕੀ ਕਿਹਾ ਗਿਆ। ਕੈਬਨਿਟ ਦੇ ਵਿੱਚ ਇਹ ਕਿਹਾ ਗਿਆ ਕਿ ਮੋਟਰਾਂ ਦੇ ਉੱਤੇ ਬਿੱਲ ਲੱਗਣਗੇ ਔਰ ਬਿੱਲ ਤੋਂ ਬਾਅਦ ਜਿਹੜੀ ਸਬਸਿਡੀ ਹੈ, ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਆਏਗੀ। ਸਬਸਿਡੀ ਉਹੀ ਜਿਹੜਾ ਬਿੱਲ ਉਹ ਮੁੜ ਕੇ ਖਾਤੇ 'ਚ ਪਹਿਲਾ ਮੀਟਰ ਜਿਹੜੇ ਲੱਗੇ ਨਹੀਂ, ਉਹਦਾ ਬਿੱਲ ਆਊਗਾ। ਮੈਂ ਤੁਹਾਨੂੰ ਸਵਾਲ ਕਰਦਾ, ਇੱਕ ਮਿੰਟ, ਫਿਰ ਮੈਨੂੰ ਸਪਸ਼ਟ ਕਰ। ਪੂਰੀ ਦੁਨੀਆ ਦੇ ਵਿੱਚ ਅਜਿਹਾ ਕੋਈ ਫਾਰਮੂਲਾ ਨਹੀਂ ਹੈ ਕਿ ਜਿਸ ਦੇ ਵਿੱਚ ਤੁਸੀਂ ਇਹ ਕਹੋ ਕਿ ਮੀਟਰ ਲੱਗ ਰਹੇ ਨੇ, ਬਿੱਲ ਆਣਗੇ, ਬਿੱਲ ਭਰਨਾ ਨਹੀਂ ਪਏਗਾ, ਸਬਸਿਡੀ ਬਾਅਦ 'ਚ ਮਿਲੇਗੀ। ਮੈਨੂੰ ਪੂਰੀ ਦੁਨੀਆ 'ਚ ਕੋਈ ਅਜਿਹਾ ਫਾਰਮੂਲਾ ਦੱਸ ਦਿਓ ਜਿੱਥੇ ਫਾਰਮੂਲਾ ਚੱਲਦਾ ਹੋਵੇ। ਨਹੀਂ, ਤੁਸੀਂ ਮੈਨੂੰ ਇਹ ਦੱਸ ਦਿਓ ਵੀ ਫਿਰ ਸਬਸਿਡੀ ਨਹੀਂ, ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਆ ਕਿ ਸਬਸਿਡੀ ਬਿਲਕੁਲ ਨਹੀਂ ਹੋਊਗੀ, ਫਿਰ ਸਬਸਿਡੀ ਕਾਹਦੀ ਭਰ? ਮੈਂ ਉਹੀ ਗੱਲ ਕਹਿ ਰਿਹਾ ਨਾ, ਤਾਂ ਹੀ ਤਾਂ ਮੈਂ ਕਹਿ ਰਿਹਾ। ਮੈਂ ਸੰਧੂ ਸਾਹਿਬ ਆਹੀ ਗੱਲ ਤਾਂ ਮੈਂ ਸਪਸ਼ਟ ਕਰ। ਸਬਸਿਡੀ ਦੇ ਰਹੇ ਹੋ, ਸਬਸਿਡੀ ਦੇਣ ਦੀ ਗੱਲ ਕਰ ਰਹੇ ਹੋ, ਕਿਸਾਨਾਂ ਦੇ ਖਾਤੇ 'ਚ ਸਬਸਿਡੀ ਪਾਉਣ ਦੀ ਗੱਲ ਕਰ ਰਹੇ ਹੋ, ਉਹ ਪਾਓਗੇ ਤਾਂ ਹੀ ਨਾ ਤੁਸੀਂ ਕਿ ਬਿੱਲ ਭਰੇਗਾ ਕਿਸਾਨ। ਤਾਂ ਸਬਸਿਡੀ ਕਿਵੇਂ? ਨਹੀਂ ਜੀ, ਬਿੱਲ ਭਰਨੇ, ਨਹੀਂ ਬਿੱਲ ਭਰਨਾ, ਪੈਸਾ ਤਾਂ ਹੁਣ ਵੀ ਦੇ ਰਹੀ ਸਰਕਾਰ, ਹੁਣ ਸਬਸਿਡੀ ਪੂਰੇ ਦਾ ਦੇ ਰਹੀ ਹੈ। ਸੰਧੂ ਸਾਹਿਬ ਗੱਲ ਬਿਜਲੀ ਬੋਰਡ ਕੋਲ ਜਾਂਦਾ ਬੁਰਾ ਕੁਛ, ਨਵਾਂ ਢਾਂਚਾ ਖੜਾ ਕਰਕੇ ਕੀ ਕਰੋਗੇ? ਕਾਹਦਾ ਢਾਂਚਾ ਖੜਨਾ? ਕਾਹਦੇ ਦੇ ਕਿਸਾਨ ਦੇ ਖਾਤਿਆਂ ਜਾਣ ਦਾ? ਗਰੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ, ਆਹ ਟਰਾਂਸਪੇਰੈਂਟ ਤੇ ਮੋਸਟ ਐਫੀਸ਼ੀਐਂਟ ਮੈਥਡ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਇਹੀ ਕ੍ਰੈਡਿਟ ਜਾਂਦਾ ਹੈ। ਹੁਣ ਤੱਕ ਇਹਨਾਂ ਨੇ ਕੀਤਾ ਕੁਝ ਨਹੀਂ ਨਾ, ਪਾਰਟੀਆਂ ਨੇ ਵੀ ਵੈਸੇ, ਪਰ ਇਹ ਬਹੁਤ ਵੱਡਾ ਕੰਮ ਕੀਤਾ ਹੈ। ਕਿਸਾਨ ਨੂੰ ਬਹੁਤ ਕੁਝ ਹੈ, ਇਹ ਭਾਵੇਂ 20 ਸਾਲ ਪਹਿਲਾਂ ਕੀਤਾ, ਪਰ ਬਹੁਤ ਵਧੀਆ ਔਰ ਢੁਕਵਾਂ ਫੈਸਲਾ ਸੀਗਾ। ਇਹਨੂੰ ਕਿਸੇ ਵੀ ਹਾਲਤ 'ਚ ਤਬਦੀਲੀ ਨਹੀਂ ਕਰਨੀ ਚਾਹੀਦੀ। ਸੁਗੇੜਾ ਸਾਹਿਬ, ਬਿਜਲੀ ਦੀ ਸਬਸਿਡੀ ਦੀ ਸ਼ੁਰੂਆਤ ਜਲਦੀ ਚ ਗੱਲ ਖਤਮ। ਇਹ ਸਾਰੇ ਤਜਰਬੇ ਕਿਸਾਨ ਤੇ ਕਿਉਂ ਕੀਤੇ ਜਾ ਰਹੇ ਆ ਜੀ? ਕਿਸਾਨਾਂ ਦੇ ਘਰਾਂ ਦੇ ਰੇਟ ਵੀ ਵਧਾਏ ਜਾ ਰਹੇ, ਦੂਜੀ ਵਾਰ ਫੇਰ ਤਿਆਰੀ ਹੁਣ 17% ਦੀ, ਪਹਿਲਾਂ ਵਧਾਤਾ। ਇੰਡਸਟਰੀ ਨੂੰ ਕਹਿੰਦੇ ਅਸੀਂ ਕਹਿੰਦੇ ਦਿਓ, ਇੰਡਸਟਰੀ ਨੂੰ ਜਿੰਨਾ ਦੇ ਸਕਦੇ ਦਿਓ, ਪਰ ਸਾਡੀਆਂ ਜੇਬਾਂ ਕੱਟ ਕੇ ਤਾਂ ਨਹੀਂ ਦੇਣੇ ਯਾਰ। ਕਦੇ ਕਿਸਾਨ ਦੇ ਟਿਊਬਵੈਲਾਂ ਦੇ ਬਿੱਲ ਤੇ ਲਾ ਕੇ ਮੀਟਰ, ਪਰ ਜਿੰਨਾ ਕਰਦੇ ਘਰਾਂ ਦੇ ਮਾਫ ਕੀਤਾ ਉਦੋਂ ਵੱਧ ਇੰਡਸਟਰੀ ਵਾਲਾ ਦਿੱਤਾ। ਕਰਜ਼ੇ ਦੀ ਤੁਸੀਂ ਲੈ ਲਓ, ਕਰਜ਼ੇ ਤੇ ਆ ਗਏ, ਚੁੱਪ ਚਪੀਤੇ ਦੇ ਕਹਿੰਦੇ ਜੀ ਮਹਾ ਉੱਥੇ ਕੀਤਾ। ਪੰਜਾਬ ਦੇ ਵਿੱਚ ਪਹਿਲਾਂ ਨੇ ਕਿਹਾ ਸਾਰਾ ਕਰਜ਼ਾ, ਯੂਪੀ ਨੇ ਕਿਹਾ 1 ਲੱਖ ਸਾਰਿਆਂ ਦਾ ਕਰਤਾ, ਫਿਰ ਇਹਨਾਂ ਨੇ ਕਿਹਾ ਜੀ 2 ਲੱਖ। 2 ਲੱਖ ਵੀ ਨਹੀਂ ਦੇਣਾ ਕਿਸੇ ਨੂੰ, 10,000 ਕਿਸੇ ਨੂੰ 5,000, ਕਿਸੇ ਨੂੰ 7 ਰੁਪਏ, ਕਿਸੇ ਨੂੰ 20 ਰੁਪਏ, 2 ਲੱਖ ਵੀ ਨਹੀਂ ਦੇਣਾ। ਅਸੀਂ ਇੱਥੋਂ ਚੈਲੰਜ ਕਰਦੇ ਹਾਂ ਕਿ ਸਾਰਿਆਂ ਦਾ 2 ਲੱਖ ਵੀ ਨਹੀਂ ਕਰਨਾ। ਤੁਸੀਂ 1 ਲੱਖ ਹੀ ਦੱਸ ਦਿਓ ਕਰਜ਼ਾ ਮਾਫ ਕੀਤਾ ਕਿਸਾਨ ਦਾ। ਜਿਹੜੇ ਅੱਜ ਤੁਸੀਂ ਹਮਦਰਦ ਅਸੀਂ ਤਾਂ ਕਹਿੰਦੇ ਟਿਊਬਵੈਲਾਂ ਦੇ ਬਿੱਲ ਨਹੀਂ ਲੱਗਣਗੇ, ਪਰ ਤੁਸੀਂ ਦੱਸੋ 10 ਸਾਲਾਂ 'ਚ ਦੋਨਾਂ ਪਾਰਟੀਆਂ ਨੇ 50,000 ਰੁਪਇਆ ਵੀ ਖਰਚ ਜਿਹੜਾ ਦਿੱਤਾ ਹੋਵੇ। ਕੈਲਕੂਲੇਟ ਕਰੋ ਟਿਊਬਵੈਲਾਂ ਦੇ ਬਿੱਲ ਕਿੰਨੇ ਪੈਸੇ। ਤੁਸੀਂ ਮੈਨੂੰ ਦੱਸ ਦਿਓ, ਇਹ ਤਾਂ ਸ਼ੁਰੂਆਤ ਹੀ ਅਸੀਂ ਕੀਤੀ। ਸੰਧੂ ਸਾਹਿਬ 6,000 ਕਰੋੜ ਸਾਲ ਦਾ, 6,000 ਕਰੋੜ ਜੀ। ਸੰਧੂ ਸਾਹਿਬ ਸਾਰੀ ਉਮਰ ਨਹੀਂ ਕਰਨਾ, ਸਰਕਾਰ ਦੇ ਕੋਲ 6,000 ਕਰੋੜ ਸਾਰੀ ਉਮਰ ਨਹੀਂ ਕਰਨਾ। ਜੇ ਪੰਜਾਬ ਸਰਕਾਰ ਦੇ ਸ਼ੁਰੂਆਤ ਹੀ ਅਸੀਂ ਕੀਤੀ, ਪੈਸੇ ਹੈਗੇ ਆ। ਸੰਧੂ ਸਾਹਿਬ ਕੀਤੀ ਇੱਕ ਗੱਲ ਬਸ, ਤੁਸੀਂ ਪੰਜਾਬ ਸਰਕਾਰ ਕਹਿੰਦੇ ਟਿਊਬਵੈਲਾਂ ਦੀ ਮਾਫੀ ਅਸੀਂ ਕੀਤੀ ਸ਼ੁਰੂ। ਸੰਧੂ ਸਾਹਿਬ ਬੀਬੀ ਭੱਠਲ ਵੇਲੇ ਕੀਤੀ, ਸਾਰਿਆਂ ਨੂੰ ਪਤਾ। ਪੰਜਾਬ ਸਰਕਾਰ ਕੋਲ ਮੀਟਰ ਲਾਉਣ ਲਈ ਪੈਸੇ ਹੈਗੇ ਆ, ਵਿੱਚ ਸੀ ਪਹਿਲੀ ਕੈਬਨਿਟ 'ਚ ਮਤਾ ਕੀਤਾ ਸਕੀਮ ਦਾ 60,000 ਲੋਕਾਂ ਦਾ ਬੈਨੀਫਿਟ ਪੈਂਡਿੰਗ ਪਿਆ, 60,000 ਅਰਜ਼ੀਆਂ ਪੈਂਡਿੰਗ ਪਈਆਂ। ਜਦੋਂ ਚੋਣਾਂ ਆਈਆਂ ਸੀ ਦਸੰਬਰ 16 ਤੋਂ ਲੈ ਕੇ ਮਾਰਚ 17 ਤੱਕ 25,000 ਕੇਸ ਪਏ ਆ। 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ 35,000 ਕੇਸ ਪਏ ਆ। ਤੁਸੀਂ ਉਹਨਾਂ ਨੂੰ ਤਾਂ ਪੈਸੇ ਦੇ ਦਿਓ ਜਿਨ੍ਹਾਂ ਦੇ ਵਿਆਹ ਹੋਏ ਆ, ਬੱਚਿਆਂ ਦੇ, ਉਹਨਾਂ ਦੇ ਅੱਗੇ ਬੱਚੇ ਹੋ ਗਏ ਆ। ਉਹਨਾਂ ਨੇ ਕਰਜ਼ੇ ਲੈ ਕੇ ਤੁਹਾਡੇ ਸ਼ਗਨ ਦੇ ਵਿੱਚ ਆਪਣੇ ਖਰਚੇ ਕਰ ਲਏ ਆ, ਉਹ ਲੋਨ ਚੜੇ ਹੋਏ ਆ ਉਹਨਾਂ ਦੇ। ਮੀਟਰ ਖੇਤ ਦਾ ਪੈਸਾ ਹੈਗਾ, ਰਕਮ ਵਧਾਤੀ ਦੇਣ ਨੂੰ ਹੈ, ਰਕਮ ਵਧਾਤੀ। ਮੀਟਰ ਬਾਅਦ ਚਲਾ ਲਿਓ। ਸੰਧੂ ਸਾਹਿਬ ਇੱਕ ਆਖਰੀ ਸਵਾਲ, ਇਹ ਤੁਸੀਂ ਵੀ ਮੰਨਦੇ ਹੋ ਕਿ ਕਿਸਾਨਾਂ ਦੇ ਵਿੱਚ ਬੇਭਰੋਸਗੀ ਬਹੁਤ ਵੱਧ ਗਈ ਹੈ ਤੁਹਾਡੀ ਸਰਕਾਰ ਦੇ ਖਿਲਾਫ? ਇਸ ਫੈਸਲੇ ਤੋਂ ਬਾਅਦ ਦੁਗਣੀ ਤਿਗਣੀ ਹੋ ਗਈ ਹੈ। ਪਹਿਲਾਂ ਕਰਜ਼ੇ ਦੀ ਮਾਰ ਤੋਂ ਤੁਸੀਂ ਸਤਾਏ ਹੋਏ ਕਿਸਾਨ, ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਇਨ ਬਿਨ ਤੁਸੀਂ ਲਾਗੂ ਨਹੀਂ ਕਰ ਪਾਏ। ਉਸ ਤੋਂ ਬਾਅਦ ਵਾਰ-ਵਾਰ ਗੱਲਾਂ ਇਹ ਸਾਹਮਣੇ ਆਈਆਂ ਕਿ ਸਾਡੇ ਟਨਿਓਰ ਦੇ ਵਿੱਚ ਜੇ ਕੋਈ ਸੁਸਾਈਡ ਕਰਦਾ ਤਾਂ ਕਰਜ਼ਾ ਮਾਫ, ਫਿਰ 5 ਲੱਖ ਤੋਂ ਵੱਧ ਦੇ ਆਮਦਨ ਤੇ ਟੈਕਸ। ਹੁਣ ਤੀਜਾ ਜਿਹੜਾ ਇਹ ਫੈਸਲਾ ਇਹ ਸਭ ਤੋਂ ਵੱਡਾ ਕਿ ਮੋਟਰਾਂ ਤੇ ਤੁਸੀਂ ਬਿੱਲ ਲਾਏ ਜਾ ਰਹੇ ਹੋ। ਇੰਨੀ ਬੇਭਰੋਸਗੀ ਕਿਸਾਨਾਂ ਦੇ ਵਿੱਚ ਆਈ ਹੈ, ਇਹ ਬੇਭਰੋਸਗੀ ਖਤਮ ਕਿਵੇਂ ਹੋਈ? ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕਿਸੇ ਇੱਕ ਮਿਨਿਸਟਰ ਵੱਲੋਂ ਦਿੱਤੇ ਹੋਏ ਕਿਸੇ ਸੁਝਾਅ ਨੂੰ
ਤੁਸੀਂ ਪੰਜਾਬ ਗਵਰਨਮੈਂਟ ਦੀ ਪਾਲਿਸੀ ਨਾ ਬਣਾਓ। ਇਹ ਵੀ ਸੁਝਾਅ ਸੀਗਾ, ਇਹ ਵੀ ਸੁਝਾਅ ਸੀ ਨਾ, ਜਿਹੜਾ ਪਾਲਿਸੀ ਬਣ ਗਿਆ, ਇਹ ਵੀ ਸੁਝਾਅ ਸੀ, ਜਿਹੜਾ ਇਹ ਵੀ ਸੁਝਾਅ ਸੀ, ਜਿਹੜਾ ਕੱਲ ਦਾ ਸੁਝਾਅ ਸੀ, ਜਿਹੜਾ ਕੈਬਨਿਟ ਦੇ ਵਿੱਚ ਪਾਸ ਹੋਇਆ, ਜਿਹੜਾ ਕੱਲ ਹਰਪ੍ਰੀਤ ਜੀ ਸਾਡੇ ਵੇਲੇ ਸੁਝਾਅ, ਇੱਕ ਬਿਆਨ ਸਰਕਾਰ ਵਿਰੋਧੀ, ਇੱਕ ਬਿਆਨ ਕਰਕੇ ਇਸ ਦਾ ਮਨਪ੍ਰੀਤ ਸਿੰਘ ਬਾਦਲ ਹੁਣਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਛੱਡਣੀ ਪਈ ਸੀਗੀ, ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਇਸੇ ਸਬਸਿਡੀ ਦੇ ਮੁੱਦੇ ਤੇ। ਤੁਸੀਂ ਮੈਨੂੰ ਇੱਕ ਬਿਆਨ ਕੈਬਨਿਟ ਮਿਨਿਸਟਰ ਦੇ ਰਿਹਾ, ਬਹੁਤ ਵੱਡੀ ਗੱਲ ਹੈ, ਉਹ ਨੀਤੀ ਬਿਆਨ ਹੈ, ਉਹ ਸੋਚ ਦਾ ਪ੍ਰਤੀਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਉਸ ਬੰਦੇ ਦੀ ਕਿਸੇ ਪ੍ਰੋਬਲਮ ਬਾਰੇ ਆਪਦਾ ਨਜ਼ਰੀਆ ਹੋ ਸਕਦਾ। ਪੰਜਾਬ ਕੈਬਨਿਟ 'ਚ ਜਦੋਂ ਪਾਸ ਹੁੰਦਾ ਕੋਈ ਫੈਸਲਾ, ਉਹ ਫੈਸਲਾ ਪੰਜਾਬ ਗਵਰਨਮੈਂਟ ਦਾ ਕਲੈਕਟਿਵ ਬਣਦਾ। ਨੰਬਰ 1 ਯਾਰ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ, ਮੈਂ ਤੁਹਾਡੇ ਵੇਲੇ ਬੋਲਦਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਅਸੀਂ ਉਮੀਦ ਇਹੀ ਕਰਦੇ ਹਾਂ। ਮੈਂ ਹਰਪ੍ਰੀਤ ਜੀ ਗੱਲ ਕਰਨੀ ਹੈ, ਦੇਖੋ ਜਦੋਂ ਬਾਰ-ਬਾਰ ਕਦੇ ਇੱਕ ਗੱਲ ਚਲੋ ਮੈਂ ਬ੍ਰੇਕ ਲੈ ਲੈਣਾ, ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਆਪਾਂ ਤੀਜਾ ਸੈਗਮੈਂਟ ਵੀ ਕਰ ਲੈਂਦੇ ਹਾਂ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਮੈਂ ਰੁਕ ਰਿਹਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਗਰਮਾ ਗਰਮ ਬਹਿਸ ਜਾਰੀ ਹੈ। ਸੰਧੂ ਸਾਹਿਬ ਕਹਿੰਦੇ ਨੇ ਕਿ ਕਿਸਾਨਾਂ ਦਾ ਨੁਕਸਾਨ ਨਹੀਂ, ਫਾਇਦਾ ਹੋਵੇਗਾ। ਇੱਕ ਕਿਸਾਨ ਤੋਂ ਹੀ ਪੁੱਛ ਲੈਂਦੇ ਆ, ਫਾਇਦੇ ਵਾਲੀ ਗੱਲ ਤੋਂ ਕਿਉਂ ਖਫਾ ਨੇ? ਹਾਂਜੀ ਰਾਜੇਵਾਲ ਸਾਹਿਬ। ਹਰਪ੍ਰੀਤ ਜੀ, ਜੇ ਤੁਸੀਂ ਇਹਨਾਂ ਦਾ ਜਦੋਂ ਤੋਂ ਸਰਕਾਰ ਬਣੀ ਹੈ 1 ਸਾਲ ਹੋਣ ਲੱਗਿਆ, ਇਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਦੇਖੋ, ਜੋ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਲੋਕਾਂ ਨੂੰ, ਇੱਕ ਗੱਲ ਤੋਂ ਪਿੱਛੇ ਹਟਦੇ ਜਾਂਦੇ ਨੇ। ਹੁਣ ਮੇਰੇ ਸਾਥੀ ਇੱਥੇ ਪੈਨਲਿਸਟ ਜਿਹੜੇ ਬਾਕੀ ਨੇ ਉਹ ਸਾਰੇ ਗਿਣੀ ਜਾ ਰਹੇ ਨੇ ਵੀ ਤੁਸੀਂ ਫਲਾਨੀ ਚੀਜ਼ ਬੰਦ ਕਰਤੀ, ਫਲਾਨੀ ਬੰਦ ਕਰਤੀ। ਕਿਸਾਨਾਂ ਨੂੰ ਇੱਕ ਲਾਰਾ ਲਾਇਆ ਸੀ ਬਹੁਤ ਵੱਡਾ, ਬੜਾ ਉੱਚੀ ਆਵਾਜ਼ 'ਚ ਕੈਪਟਨ ਅਮਰਿੰਦਰ ਸਿੰਘ ਨੇ, ਬਈ ਸਾਡੀ ਸਰਕਾਰ ਆ ਜਾਏਗੀ, ਤੁਹਾਡਾ ਕੋਆਪਰੇਟਿਵ ਦੇ ਕਰਜ਼ੇ ਮਾਫ ਹੋਣਗੇ, ਤੁਹਾਡੇ ਕਮਰਸ਼ੀਅਲ ਬੈਂਕਾਂ ਦੇ ਮਾਫ ਹੋਣਗੇ, ਤੁਹਾਡੇ ਆੜਤੀਆਂ ਦੇ ਮਾਫ ਹੋਣਗੇ, ਤੁਹਾਡੀ ਜ਼ਮੀਨ ਦੀ ਕੁਰਕੀ ਨਹੀਂ ਹੋਏਗੀ। ਕੁਰਕੀ ਵੀ ਹੁੰਦੀ ਹੈ, ਕਰਜ਼ੇ ਵੀ ਮਾਫ ਨਹੀਂ ਹੋਏ। ਜਿਹੜਾ ਡਰਾਮਾ ਕੀਤਾ ਜਾਏ, ਹਾਲੇ 167 ਕਰੋੜ ਦੀ ਵੀ ਜਿਹੜੀ ਗੱਲ ਹੈ, ਉਹ ਵੀ ਹਾਲੇ 31 ਮਾਰਚ ਤੱਕ ਭਾਵੇਂ ਪੈਸੇ ਆ ਜਾਣ, ਹਾਲੇ ਆਏ। ਜੋ ਕੁਝ ਵੀ ਹੈਗਾ ਛੋਟਾ ਮੋਟਾ ਜੋ ਕੁਝ ਵੀ ਹੈਗਾ ਉਹ ਵੀ। ਔਰ ਕਮਾਲ ਇਹ ਹੈ ਵੀ ਇੰਡਸਟਰੀ ਨੂੰ ਇਹ ਤੋਂ ਵੱਡੀ ਰਕਮ ਦੇਤੀ ਚੁੱਪ ਚਪੀਤੇ, ਕੋਈ ਰੌਲਾ ਨਹੀਂ। ਕਰਜ਼ਿਆਂ ਦਾ ਵੱਡਾ ਰਾਮ ਰੌਲਾ ਪਾ ਕੇ ਮਾਨਸਾ ਕੋਈ ਸਰਟੀਫਿਕੇਟ ਨਹੀਂ ਵੰਡੇ ਉੱਥੇ, 2700 ਕਰੋੜ ਦੇ ਕੁਝ ਨਹੀਂ, ਸਾਲ ਦੀ 2700 ਕਰੋੜ ਉੱਥੇ ਰੌਲਾ ਪਾਇਆ। ਹੁਣ ਜਦੋਂ ਤੁਸੀਂ ਇੱਕ ਗੱਲ ਤੋਂ ਪਿੱਛੇ ਹਟੀ ਜਾਂਦੇ ਹੋ, ਨਾ ਤਾਂ ਕੋਈ ਜਿਹੜੇ ਬੱਚੇ ਸਾਡੇ ਵਿਹਲੇ ਫਿਰਦੇ ਨੇ ਉਹਨਾਂ ਨੂੰ ਕੋਈ ਨੌਕਰੀ ਦੀ ਗੱਲ ਹੈ, ਨਾ ਤੁਸੀਂ ਕਰਜ਼ਾ ਮਾਫੀ ਤੀ। ਹੁਣ 2.5 ਏਕੜ 5 ਏਕੜ ਤੇ ਆ ਕੇ ਕਿਹਾ ਸੀ ਸਾਰਾ ਮਾਫ ਕਰਾਂਗੇ, 2.5 ਏਕੜ 5 ਏਕੜ ਤੋਂ ਪਿੱਛੇ ਹਟ ਕੇ ਤੁਸੀਂ ਕ੍ਰੌਪ ਲੋਨ ਤੇ ਆ ਗਏ, ਕ੍ਰੌਪ ਲੋਨ ਤੋਂ ਪਿੱਛੇ ਹਟ ਕੇ ਤੁਸੀਂ ਕੋਆਪਰੇਟਿਵ ਦੇ, ਸਿਰਫ ਕੋਆਪਰੇਟਿਵ ਸੁਸਾਇਟੀਆਂ ਦੇ ਕ੍ਰੌਪ ਲੋਨ ਤੇ ਆ ਗਏ। ਉਹ ਤੋਂ ਪਿੱਛੇ ਹਟਦੇ ਫਿਰ ਤੁਸੀਂ 2 ਲੱਖ ਤੇ ਆ ਗਏ। 2 ਲੱਖ ਤੋਂ ਹੁਣ 2 ਲੱਖ ਵਾਲਾ ਕੋਈ ਟਾਵਾਂ ਢਿੱਲਾ ਲੱਭਦਾ ਕੋਈ ਟਾਵਾਂ ਢਿੱਲਾ, ਪਰ ਕਿਸੇ ਦਾ 10,000 ਹੈ, ਕਿਸੇ ਦਾ 20,000 ਹੈ, ਕਿਸੇ ਦਾ 50,000 ਹੈ, ਇਦੋਂ ਵੱਧ ਕਿਸੇ ਦਾ ਨਹੀਂ, ਕੋਈ ਸੈਂਕੜਿਆਂ 'ਚ ਵੀ ਹੈ। ਇਦਾਂ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਗਿਆ ਫੀਲਡ ਵਿੱਚ। ਮੈਂ ਸਮਝਦਾ ਕਿਸੇ ਪੋਲੀਟੀਕਲ ਪਾਰਟੀ ਦੇ ਖਿਲਾਫ ਅੱਜ ਇਸ ਤਰ੍ਹਾਂ ਦਾ ਬੇਵਿਸ਼ਵਾਸੀ ਵਾਲਾ ਮਾਹੌਲ ਕਦੀ ਨਹੀਂ ਬਣਿਆ ਜਿਸ ਤਰ੍ਹਾਂ ਦਾ ਹੁਣ ਬਣਿਆ। ਔਰ ਜਦੋਂ ਇੱਕ ਵੀ ਗੱਲ ਕਰਦੇ ਨੇ, ਹਰ ਗੱਲ ਇਹਨਾਂ ਦੀ ਦੇ ਉੱਤੇ ਲੋਕ ਹੁਣ ਸ਼ੱਕ ਕਰਨ ਲੱਗ ਪਏ ਨੇ। ਔਰ ਇਹੀ ਵਜ੍ਹਾ ਹੈ, ਇਹਨਾਂ ਦੀ ਗੱਲ ਤੇ ਕੋਈ ਯਕੀਨ ਨਹੀਂ ਕਰਦਾ ਵੀ ਇਹ ਜਿਹੜਾ ਹੁਣ ਕਹਿੰਦੇ ਨੇ ਜੀ ਅਸੀਂ ਤਾਂ ਸਬਸਿਡੀ ਦੇਵਾਂਗੇ। ਰਾਜੇਵਾਲ ਸਾਹਿਬ ਇਹਨਾਂ ਦੀ ਗੱਲ ਤੇ ਛੱਡੋ, ਪੋਲੀਟੀਕਲ ਬੰਦਿਆਂ ਦੀ ਬੇਇੱਜ਼ਤੀ ਹੁੰਦੀ ਜਾਂਦੀ ਹੈ ਵੀ ਇਹ ਗੁਟਕਾ ਸਾਹਿਬ ਚੱਕ ਕੇ ਵੀ ਝੂਠ ਬੋਲ ਸਕਦੇ ਆ। ਪੋਲੀਟੀਕਲ ਬੰਦਿਆਂ ਦੀ ਬੇਇੱਜ਼ਤੀ ਹੁੰਦੀ ਜਾਂਦੀ ਹੈ। ਇਹ ਤਾਂ ਬੜਾ ਕ੍ਰਾਈਸਿਸ ਦੀ ਗੱਲ ਛੱਡੋ, ਤਾਂ ਸਾਰੀਆਂ ਲੋਕੀ ਸਵਾਲ ਕੀ ਕਰ ਰਹੇ ਸੰਕਟ ਖੜਾ ਹੋ ਜਾਏਗਾ। ਜਿਹੜੇ ਏਡੇ ਵੱਡੇ ਜਿਹੜੇ ਸਟੇਟਸ ਵਾਲੇ ਨੇ, ਇੱਕ ਮੈਂ ਹੋਰ ਬੇਨਤੀ ਕਰਾਂ, ਇਹ ਬੜੇ ਦਾਅਵੇ ਕਰਦੇ ਨੇ ਨਾ। ਜਦੋਂ 2002 'ਚ ਅਸੀਂ ਸਪੋਰਟ ਕੀਤਾ ਸੀ ਕਾਂਗਰਸ ਪਾਰਟੀ ਨੂੰ, ਸਰਕਾਰ ਬਣਾਈ ਸੀ ਜਦੋਂ, ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਨੂੰ 30 ਰੁਪਏ ਕੁਇੰਟਲ ਬੋਨਸ ਦੇਾਂਗੇ। 10 ਰੁਪਏ ਅਸੀਂ ਐਜੀਟੇਸ਼ਨ ਕਰਕੇ ਲੈ ਸੀ, 20 ਰੁਪਏ ਇਹਨਾਂ ਨੇ ਫੇਰ ਕਿਹਾ ਵੀ 10 ਰੁਪਏ ਦੀਆਂ 2 ਕਿਸ਼ਤਾਂ 'ਚ ਦੇਵਾਂਗੇ, 6 ਮਹੀਨੇ ਬਾਅਦ ਮੁੜ ਕੇ 6 ਮਹੀਨੇ ਦੀਆਂ। ਸਾਡੇ ਨਾਲ ਇੱਕ ਲਿਖਤੀ ਵਾਅਦਾ ਕੀਤਾ ਸੀ ਵੀ ਇੱਕ ਫਸਲ ਦਾ ਕੋਆਪਰੇਟਿਵ ਸੁਸਾਇਟੀਆਂ ਦਾ ਖਾਦ ਦਾ ਕਰਜ਼ਾ 150 ਕਰੋੜ ਮਾਫ ਕਰਾਂਗੇ, ਉਹ ਕੀਤਾ ਹੀ ਨਹੀਂ। ਮੈਂ ਐਤਕੀ ਚਿੱਠੀ ਲਿਖੀ ਸੀ। ਬੇਵਿਸ਼ਵਾਸੀ ਜਿਹੜੀ ਜ਼ਿਆਦਾ ਹੋ ਗਈ ਹੈ, ਉਹੀ ਗੱਲ ਹੋ ਗਈ। ਸੰਧੂ ਸਾਹਿਬ, ਇਹਨਾਂ ਦੀ ਬੇਵਿਸ਼ਵਾਸੀ ਖਤਮ ਕਰਨ ਲਈ ਭਾਵੇਂ ਇਹਨਾਂ ਨੇ ਹਲਕੇ ਅੰਦਾਜ਼ ਦੇ ਵਿੱਚ ਕਹਿ ਦਿੱਤਾ ਕਿ ਕਾਂਗਰਸ ਦੇ ਜਿਹੜੇ ਵਰਕਰ ਨੇ, ਤੁਸੀਂ ਬਿੱਲ ਉਹਨਾਂ ਤੇ ਪਹਿਲਾਂ ਲਾ ਦਿਓ, ਬਾਅਦ ਦੇ ਵਿੱਚ ਤੁਸੀਂ ਸਾਰੀ ਜਨਤਾ ਤੇ ਲਾ ਦੇਣਾ ਜੇਕਰ ਉਹ ਸੈਟੀਸਫਾਈਡ ਹੁੰਦੇ ਨੇ। ਕਦੇ ਸਰਕਾਰਾਂ ਇਸ ਤਰੀਕੇ ਨਾਲ ਚੱਲਦੀਆਂ ਵੀ ਉਹ ਚ ਪਾਰਟੀਆਂ ਨੂੰ ਉਹ ਕਰੋ। ਹੁਣ ਬੇਵਿਸ਼ਵਾਸੀ ਕਿਵੇਂ ਖਤਮ ਹੋਈ? ਤੁਸੀਂ ਮੈਨੂੰ ਦੱਸੋ, ਆਫਰ ਦੇ ਦਿਓ। ਇੱਕ ਮਿੰਟ ਸੰਧੂ ਸਾਹਿਬ, 1 ਮਿੰਟ ਮੇਰੇ ਤੁਸੀਂ ਜਵਾਬ ਦੇ ਦਿਓ ਨਾਲ ਹੀ।
ਤੁਸੀਂ ਆਫਰ ਦੇ ਦਿਓ ਲੋਕਾਂ ਨੂੰ ਵੀ ਜਿਹੜੇ ਭਾਈ ਸਬਸਿਡੀ ਦਾ ਫਾਇਦਾ ਲੈਣਾ ਚਾਹੁੰਦੇ ਉਹਨਾਂ ਨੂੰ ਸਗਾ ਮਹੀਨੇ ਦਾ 8000 ਬਿੱਲ ਚ ਆਇਆ ਕਰੂਗਾ, ਉਹਦਾ ਜਾਣਾ ਕੁਛ ਨਹੀਂ। ਤੁਸੀਂ ਆਫਰ ਦੇ ਦਿਓ, ਜਿਹਨੇ ਲਵਾਉਣੇ ਲਵਾ ਲੈਣ। ਮੈਂ ਦਿੰਨਾ ਜਵਾਬ ਉਸ ਦਾ ਜੀ। 990 ਕਿਸਾਨ ਆਏ ਨਾ ਇਹਦੇ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ। ਜੇ ਇਹ ਪਾਇਲਟ ਪ੍ਰੋਜੈਕਟ ਨਾ ਪੰਜਾਬ ਦੇ ਕਿਸਾਨਾਂ ਨੂੰ ਪਸੰਦ ਆਊਗਾ, ਅਸੀਂ ਵਾਪਸ ਲੈ ਲਾਂਗੇ, ਗੱਲ ਖਤਮ ਹੈ। ਤੁਹਾਡੇ ਸਾਹਮਣੇ ਆ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਵੀ ਕੀ ਕਿਸਾਨਾਂ ਤੇ ਬਿੱਲ ਲੱਗਦੇ ਆ ਜਾਂ ਬਿਜਲੀ ਬਚਤ ਹੁੰਦੀ ਹੈ ਜਾਂ ਉਹਨਾਂ ਨੂੰ ਸਬਸਿਡੀ ਮਿਲਦੀ ਹੈ ਕਿ ਜਾਂ ਕਟਾਈ ਜਾਂਦੀ ਹੈ। ਇੱਥੇ ਫੇਰ ਡਿਬੇਟ ਕਰ ਲਾਂਗੇ। ਠੀਕ ਹੈ, ਇੱਥੇ ਗੱਲ ਚ ਪੱਲਾ ਪਾ ਕੇ ਮੈਂ ਵੀ ਮਾਫੀ ਮੰਗ ਲੂੰਗਾ ਪਾਰਟੀ ਸਰਕਾਰ ਨੂੰ। ਤੁਸੀਂ ਇੱਕ ਮਿੰਟ, ਗੱਲ ਤਾਂ ਇਹ ਜਿਨ੍ਹਾਂ ਤੋਂ ਤੁਸੀਂ ਇਹ ਕੰਮ ਕਰਨਾ ਹੈ ਉਹ ਐਗਰੀ ਨਹੀਂ ਹੈ, ਉਹ ਤਿਆਰ ਹੀ ਨਹੀਂ ਨੇ। ਇਹ ਨਹੀਂ ਗੱਲ, ਕਿਉਂ ਨਹੀਂ ਤਿਆਰ? ਕਿਉਂ ਨਹੀਂ ਤਿਆਰ? ਰਾਜੇਵਾਲ ਸਾਹਿਬ ਤੁਹਾਡੇ ਸਾਹਮਣੇ ਬੈਠੇ ਨੇ। ਜਦੋਂ ਬੇਵਿਸ਼ਵਾਸੀ ਪੈਦਾ ਹੋ ਗਈ ਹੈ, ਤੁਸੀਂ ਚੰਗਾ ਵੀ ਕਰਨਾ ਸੋਚੋਗੇ ਤਾਂ ਮਾੜਾ ਹੀ ਸੋਚਦੇ। ਜਦੋਂ ਪਰਾਲੀ ਦੇ ਮਸਲੇ ਤੇ ਕਿਸਾਨਾਂ ਨੂੰ ਸਮਝਾਇਆ ਗਿਆ ਤਾਂ ਐਤਕੀ ਪੰਜਾਬ ਦੇ ਵਿੱਚ ਕਿਸਾਨਾਂ ਨੇ ਇਸ ਗੱਲ ਦਾ ਹੰਗਾਰਾ ਭਰਿਆ। ਕਿੰਨੇ % ਪਰਾਲੀ ਐਤਕੀ ਘੱਟ? ਜਦੋਂ ਤੁਸੀਂ ਗੱਲ ਸਮਝਾਓਗੇ ਆਉਗੀ ਸਾਹਮਣੇ। ਇੱਕ ਮਿੰਟ ਦਾ ਮੈਨੂੰ ਜਵਾਬ ਦੇ ਦੇਣ ਦਿਓ। ਇਹ ਕਹਿੰਦੇ ਵੀ ਅਸੀਂ ਵਾਪਸ ਲੈ ਲਾਂਗੇ, ਇਹ ਕਿਸੇ ਨੇ ਲੱਗਣੀ ਨਹੀਂ ਦੇਣੇ। ਵਾਪਸ ਲੈਣ ਦੀ ਤਾਂ ਲੋੜ ਹੀ ਨਹੀਂ ਪੈਣੀ, ਕਿਸੇ ਨੇ ਲੱਗਣੀ ਨਹੀਂ ਦੇਣੇ। ਹਾਲਾਤ ਇਹ ਹੈ ਪੰਜਾਬ ਦੇ। ਮੈਂ ਇਹਨਾਂ ਦੀ ਗੱਲ ਦੱਸਦਾ, ਮੈਂ ਬਿਜਲੀ ਮੰਤਰੀ ਸੀ 2000 ਦੇ ਵਿੱਚ। ਉਦੋਂ ਕੁਝ ਬੰਦਿਆਂ ਨੇ ਇਹਨਾਂ ਦੇ ਬਿਆਨ ਦੇਤੇ ਕਿ ਜੀ ਜੇ ਬਿਜਲੀ 24 ਘੰਟੇ ਦੇਣਗੇ ਤਾਂ ਅਸੀਂ ਮੀਟਰ ਲਵਾਉਣ ਨੂੰ ਤਿਆਰ ਹੈ। ਇਹ ਤਾਂ 24 ਘੰਟੇ ਬਿਜਲੀ ਦੇਣ, ਅਸੀਂ ਮੀਟਰ ਲਵਾ ਲਾਂਗੇ। ਮੈਂ ਓਪਨ ਆਫਰ ਕਰਤੀ ਸੀ ਵੀ ਆਓ ਜੀ, ਨਹੀਂ ਆਉਣਾ ਮੀਟਰ ਲਵਾਓ ਤੇ ਅਸੀਂ 24 ਘੰਟੇ ਬਿਜਲੀ ਦੇਵਾਂਗੇ। ਇੱਕ ਬੰਦੇ ਨੇ ਅਰਜੀ ਨਹੀਂ ਸੀ ਦਿੱਤੀ, ਇੱਕ ਸਿੰਗਲ ਨੇ ਵੀ ਅਰਜੀ ਨਹੀਂ ਸੀ ਦਿੱਤੀ ਪੰਜਾਬ 'ਚ। ਇਹ ਤਾਂ ਕਹਿੰਦੇ ਮੀਟਰ ਰਾਹੀਂ ਬਿਜਲੀ ਲੈ। ਨਾਲੇ ਹਰਪ੍ਰੀਤ ਜੀ, ਜਿਹੜੀ ਚੀਜ਼ ਦਾ ਫਾਇਦਾ ਹੀ ਕੋਈ ਨਹੀਂ। ਆਪਾਂ ਇੱਥੇ ਓਪਨ ਵਿਚਾਰ ਕਰ ਰਹੇ ਹਾਂ। ਫਾਰਮਰ ਕੋਈ ਵੀ ਲਗਵਾਉਣ ਨੂੰ ਤਿਆਰ ਨਹੀਂ ਹੈ। ਕੱਲੇ ਰਾਜੇਵਾਲ ਸਾਹਿਬ ਹੀ ਨਹੀਂ, ਜਿੰਨੇ ਵੀ ਨੇਤਾ ਹੈਗੇ, ਇੱਕ ਸਿੰਗਲ ਫਾਰਮਰ ਵੀ ਦਿਖਾ ਦੇਣ, ਇਹ ਕਾਂਗਰਸੀ ਫਾਰਮਰ ਹੀ ਦਿਖਾ ਦੇਣ। ਨਾਲੇ ਆਪਾਂ ਵਿਚਾਰ ਕਰ ਰਹੇ ਹਾਂ ਉਹਦਾ, ਜਿਹੜੀ ਚੀਜ਼ ਦਾ ਫਾਇਦਾ ਹੀ ਕੋਈ ਨਹੀਂ, ਸਗੋਂ ਵਾਧੂ ਪੈਸੇ ਖਰਚ ਹੋ ਰਹੇ ਆ। ਆਪ ਕਹਿੰਦੇ ਅਸੀਂ ਇਨਕਮ ਕੋਈ ਨਹੀਂ ਲੈਣੀ, ਉਹਦਾ ਫਾਇਦਾ ਕੀ ਹੈ? ਕੋਲੋਂ ਦੇਵਾਂਗੇ। ਕੋਈ ਗੱਲ ਆ ਜਿਹੜੀ ਮੇਰੇ ਸਮਝ ਪਈ ਆ ਇਹਨਾਂ ਦੀਆਂ ਗੱਲਾਂ ਤੋਂ ਕਿ ਅਸੀਂ ਵਾਪਸ ਲੈ ਲਾਂਗੇ। ਜਦੋਂ ਇਹਨਾਂ ਨੇ ਕਿਹਾ ਨਾ, ਉਹਦਾ ਸਿੱਧਾ ਮਤਲਬ ਇਹ ਆ ਕਿ ਇਹ ਰੌਲਾ ਸ਼ੋਰ ਸ਼ਰਾਬਾ ਪਾ ਕੇ ਵਾਅਦੇ ਇਹਨਾਂ ਨੇ ਜ਼ਿਆਦਾ ਕਰ ਲਏ। ਇਹ ਉਹ ਸਾਰੇ ਵਰਗਾਂ ਦੇ, ਨੌਕਰੀਆਂ ਦੇ, ਨੌਜਵਾਨਾਂ ਦੇ, ਪੈਨਸ਼ਨਾਂ ਦੇ, ਇਹ ਸਾਰੇ ਦੇ ਸਾਰੇ ਤੁਸੀਂ ਤਾਂ ਆਪਦੀ ਗੱਲ ਹੀ ਸੈਲਫ ਕੰਟਰਾਡਿਕਟਰੀ ਕਰੀ ਜਾਂਦੇ। ਇੱਕ ਪਾਸੇ ਕਹਿੰਦੇ ਇਹ ਜਿਹੜਾ ਸਬਸਿਡੀ ਵਿਦਡਰਾਲ ਦਾ ਸਾਜ਼ਿਸ਼ ਹੈ, ਇੱਕ ਪਾਸੇ ਕਹੀ ਜਾਂਦੇ ਧਿਆਨ ਪਾਸੇ। ਆਪਦੀ ਗੱਲ ਨੂੰ ਕੰਟਰਾਡਿਕਟ ਨਾ ਕਰੋ, ਆਪਦੀ ਗੱਲ ਨਹੀਂ ਕੰਟਰਾਡਿਕਸ਼ਨ ਜਿੱਦ ਕਰੀ ਜਾਂਦੇ। ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਜਦੋਂ ਕਿਸਾਨ ਉੱਠ ਖੜਾ ਹੋਇਆ ਨਾ, ਤੁਹਾਡੀ ਕਿਸੇ ਫੌਜ ਤੋਂ 51,000 ਅੰਦੋਲਨ ਹੋਏ ਤੁਹਾਡੇ ਰਾਜ ਚ 5 ਸਾਲਾਂ ਚ। ਗੱਲਾਂ ਮਾਰਦੇ ਆ। ਪੰਜਾਬ ਦੇ ਹਾਲਾਤ ਫੇਰ ਖਰਾਬ ਕਰਨੇ, ਕਾਂਗਰਸ ਨੇ ਨੌਜਵਾਨਾਂ ਦਾ ਘਾਣ ਕਰਨਾ, ਇੱਥੇ ਕੰਮ ਤੁਸੀਂ ਸ਼ੁਰੂ ਕੀਤਾ ਹੋਇਆ। ਅੱਛਾ ਚਲੋ, ਔਰ ਲੋਕਾਂ ਦਾ ਧਿਆਨ ਭਟਕਾਉਣ ਲੱਗੇ। ਇੱਕ ਮਿੰਟ ਦੇਖੋ ਜੀ, ਕਿਸਾਨ ਸੁਸਾਈਡ ਕਰ ਰਿਹਾ ਹੈ। ਜਿਹੜਾ ਕੰਮ ਕਰਨ ਵਾਲਾ ਸੰਧੂ ਸਾਹਿਬ, ਉਹ ਕਰਨ ਵਾਲਾ ਇਹ ਆ ਵੀ ਕਿਸਾਨਾਂ ਦੀ ਕਰਜ਼ਾ ਮਾਫੀ ਕਰੋ, ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕੁਛ ਕਰੋ। ਉਹ ਕਹੋ ਨਾ ਬੀਜੇਪੀ ਵਾਲਿਆਂ ਨੂੰ ਵੀ ਸਵਾਮੀਨਾਥਨ ਕਮੇਟੀ ਨੂੰ ਲਾਗੂ ਕਰਨਾ। MSP ਦਾ ਅਸੀਂ ਸਾਡੇ ਮੁੱਖ ਮੰਤਰੀ ਦਾ ਕਈ ਵਾਰ ਜਾਏ, ਸਾਡੇ ਮੁੱਖ ਮੰਤਰੀ ਦਾ ਕਈ ਵਾਰ ਜਾਏ, ਤੁਸੀਂ ਇਹਨਾਂ ਨੂੰ ਕਹੋ ਵੀ MSP ਲਾਗੂ ਕਰਨ। ਸਵਾਮੀਨਾਥਨ ਕਮੇਟੀ ਪੰਜਾਬ ਐਗਰੀਕਲਚਰ ਸਟੇਟ ਆ, ਤੁਸੀਂ ਜਾਓ, ਮੁੱਖ ਮੰਤਰੀ ਜੀ ਦੀ ਡਿਊਟੀ ਹੈ, ਜਾਣ ਮੋਦੀ ਗਏ ਆ। ਕਦੇ ਨਹੀਂ ਮੰਗਾਈ, ਕਦੇ ਤੁਸੀਂ ਤਾਂ ਕਰਜ਼ੇ ਦੀ ਲਿਮਿਟ ਵੀ ਕ੍ਰਾਸ ਕਰਤੀ। ਅਸੀਂ ਹੁਣ ਜਾ ਕੇ ਕਰਜ਼ੇ ਦੀ ਲਿਮਿਟ ਥੋੜੀ ਜਿਹੀ ਵਧਵਾਈ ਹੈ। ਤੁਹਾਡੀ ਡਿਊਟੀ ਆ ਲਾਈ ਲੋਕਾਂ ਨੇ, ਵਧਾਓ। ਅੱਗੇ ਸਰਕਾਰਾਂ ਮੀਡੀਆ ਤਾਂ ਜਾਂਦੀਆਂ ਜੇ ਕੋਈ ਬੈਨੀਫਿਟ ਦਿੱਤਾ ਹੋਵੇ। ਹੁਣ ਸਰਕਾਰਾਂ ਜਿਹੜੀਆਂ ਆ ਉਹ ਚਿੱਠੀ ਲਿਖਦੀਆਂ ਪ੍ਰਾਈਮ ਮਿਨਿਸਟਰ ਨੂੰ, ਨਾਲ ਅਖਬਾਰ 'ਚ ਪ੍ਰੈਸ ਨੋਟ ਦਿੰਦੀਆਂ ਕਿ ਅਸੀਂ ਜੀ ਚਿੱਠੀ ਲਿਖਤੀ ਆ ਕੇਂਦਰ ਸਰਕਾਰ ਨੇ। ਪ੍ਰੈਕਟੀਕਲੀ ਸੰਧੂ ਸਾਹਿਬ, ਕਿਸਾਨ ਦੇ ਹਿੱਤ 'ਚ ਕੁਝ ਵੀ ਨਹੀਂ ਹੋ ਰਿਹਾ। ਗੱਲ ਇਹ ਹੈ ਕਿ ਜਿਹੜੇ ਤੁਸੀਂ 990 ਕਿਸਾਨਾਂ ਦੀ ਗੱਲ ਕਰ ਰਹੇ ਹੋ, ਜੇ ਉਹ 990 ਕਿਸਾਨ ਨਹੀਂ ਮੰਨਦੇ, ਆਪਣੀ ਮੋਟਰਾਂ ਤੇ ਮੀਟਰ ਨਹੀਂ ਲਵਾਉਣ ਦੇਣਗੇ, ਜਿਸ ਤਰ੍ਹਾਂ ਇਹ ਸਾਰੇ ਬੁਲਾਰੇ ਕਹਿ ਰਹੇ ਨੇ ਕਿ ਕੋਈ ਇੱਕ ਕਿਸਾਨ ਵੀ ਨਹੀਂ ਐਗਰੀ ਹੋਏਗਾ, ਜਿੰਨੀਆਂ ਮਰਜ਼ੀ ਤੁਸੀਂ ਵਧੀਆ ਸਕੀਮਾਂ ਉਹਨਾਂ ਨੂੰ ਦੱਸੀ ਜਾਓ, ਵੀ ਉਹ ਮੀਟਰ ਨਹੀਂ ਲਵਾਉਣਾ ਚਾਹੁੰਦਾ, ਫਿਰ ਜਦੋਂ ਉਹਨੂੰ ਸਮਝਾਇਆ ਜਾਊ ਕਿ ਤੈਨੂੰ ਬਿੱਲ ਨਹੀਂ ਦੇਣਾ ਪੈਣਾ, ਕਿਉਂ ਨਹੀਂ ਲਵਾਊਗਾ? ਇੱਕ ਕਿਸਾਨ ਆਗੂ ਤੁਹਾਡੇ ਸਾਹਮਣੇ ਬੈਠੇ ਨੇ। ਕਿਸਾਨ ਆਗੂ ਦੇਖੋ, ਕਿਸਾਨ ਆਗੂ, ਕਿਸਾਨ ਸੰਗਠਨ, ਕਿਸਾਨ ਨੇ, ਤੁਸੀਂ ਇਹਨਾਂ ਨੂੰ ਸਮਝਾ ਦਿਓ, ਤੁਸੀਂ ਇਹਨਾਂ ਨੂੰ ਸੈਟੀਸਫਾਈਡ ਕਰ ਦਿਓ। ਤਾਰਾ ਸਿੰਘ ਵੀ ਕਿਸਾਨ ਹੈ ਜੀ, ਪਹਿਲਾਂ ਆਪਦੀ ਲਵਾ ਲੈਣ। ਇਹ ਕਿਸਾਨ ਹੈ ਵੀ ਭਰਾ ਸਾਡਾ ਕਿਸਾਨ ਹੀ ਹੈ। ਕੋਈ ਨਹੀਂ, ਗੱਲ ਇਹ ਹੈ ਸੰਧੂ ਸਾਹਿਬ, ਅੱਗੇ ਕੀ ਹੋਏਗਾ ਫਿਰ ਜੇ ਕੋਈ ਨਹੀਂ ਮੰਨਦਾ ਕਿਸਾਨ ਵੀ ਮੈਂ ਨਹੀਂ ਲੱਗਣ ਦੇਣਾ ਮੀਟਰ, ਜੋ ਮਰਜ਼ੀ ਹੋ ਜਾਏ? ਮੰਨਣਗੇ ਜੀ, ਕਿਉਂ ਨਹੀਂ? ਪੰਜਾਬ ਨੂੰ ਬਚਾਉਣ ਲਈ ਬਥੇਰੇ ਬੰਦੇ
ਸੁਲਝੇ ਹੋਏ ਹੈਗੇ ਆ। ਅੱਗੇ ਪਰਾਲੀ ਵੇਲੇ ਪ੍ਰੂਵ ਕੀਤਾ ਪੰਜਾਬ ਦੇ ਕਿਸਾਨਾਂ ਪਰਾਲੀ ਹੋਰ ਜਥੇਬੰਦੀਆਂ ਨੇ ਵਿਰੋਧ ਕੀਤਾ। ਅਸੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾ ਕੇ ਲੜਿਆ ਵੀ ਜਿਹੜਾ ਫੈਸਲਾ ਉਹਨੂੰ ਇਨ ਟੋਟਲ ਲਾਗੂ ਕਰੋ, ਸਾਰੀ ਮਸ਼ੀਨਰੀ ਫ੍ਰੀ ਆਫ ਕਾਸਟ ਸਪਲਾਈ ਕਰੋ, ਫਿਰ ਉਹਦੇ ਬਾਅਦ ਗੱਲ ਕਰਿਓ। ਉਹਦੇ ਲਈ ਤਾਂ ਸਾਰੇ ਹੀ ਲੜਿਆ, ਪੰਜਾਬ ਗਵਰਨਮੈਂਟ ਵੀ ਲੜੀ ਆ, ਸਾਰੀਆਂ ਪਾਰਟੀਆਂ ਨੇ ਉਸ ਗੱਲ ਹੀ ਕੀਤਾ। ਪੰਜਾਬ ਗਵਰਨਮੈਂਟ ਦਾ 100 ਕਰੋੜ ਰੁਪਇਆ ਆ ਗਿਆ ਸਬਸਿਡੀ, ਉਹ ਵੀ ਨਹੀਂ ਦਿੱਤੀ, ਉਹ ਗਲੇ ਰੱਖ ਕੇ ਬਹਿ ਗਏ। 100 ਕਰੋੜ ਰੁਪਇਆ ਸੈਂਟਰ ਚੋਂ ਸਬਸਿਡੀ ਦਾ ਆਇਆ ਪਰਾਲੀ ਵਾਸਤੇ, ਉਹ ਦੇ ਹੀ ਨਹੀਂ ਸਕੇ, ਤੁਸੀਂ ਦੇ ਨਹੀਂ ਸਕੇ। ਅੱਛਾ ਚਲੋ ਇੱਕ ਮੁੱਕਦੀ ਗੱਲ ਸੰਧੂ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇਸ ਦੇ ਵਿੱਚ ਤੁਹਾਨੂੰ ਕਿਸਾਨਾਂ ਦਾ ਫਾਇਦਾ ਨਜ਼ਰ ਆ ਰਿਹਾ, ਕਿਸਾਨ ਤੇ ਕਿਸਾਨ ਆਗੂ ਨੂੰ ਇਸ ਤੇ ਨੁਕਸਾਨ ਨਜ਼ਰ ਆ ਰਿਹਾ, ਫਿਰ ਗੱਲ ਨਿਬੜੇਗੀ ਹੌਲੀ ਹੌਲੀ? ਇਹ ਵੀ ਕਨਵਿੰਸ ਹੋ ਜਾਣਗੇ ਜਦੋਂ ਪ੍ਰੈਕਟੀਕਲੀ ਮੂਹਰੇ ਆ ਗਿਆ। 1 ਮਹੀਨਾ ਹੀ ਹੈ, ਮਹੀਨੇ ਬਾਅਦ ਹੀ ਬਿੱਲ ਆ ਜਾਂਦਾ, ਇਹਨਾਂ ਨੂੰ ਪਤਾ ਲੱਗ ਜੂਗਾ। ਪਹਿਲਾਂ ਜਦੋਂ ਮੀਟਰ ਲਾਉਂਗੇ ਤਾਂ ਹੀ ਮਹੀਨਾ ਗਿਣੋਗੇ। ਕੋਈ ਨਹੀਂ, ਪਰ ਮੀਟਰ ਸਰਕਾਰਾਂ ਐਂ ਤਾਂ ਨਹੀਂ ਵੀ ਡਰ ਕੇ ਅੰਦਰ ਵੜ ਜਾਂਦੀਆਂ ਸਰਕਾਰਾਂ। ਅਸੀਂ ਤਾਂ ਕਹਿੰਦੇ ਲਾਓ, ਦੇਖੋ ਜਿਹੜੀ ਗੱਲ ਕਰਨੀ ਚਾਹੁੰਦੇ ਆ 1200 ਦੀ ਗੱਲ ਆ ਗਈ, ਸਰਕਾਰ ਡਾਂਗ ਨਾਲ ਲਾਵਾਂਗੇ, ਆ ਗਈ ਵੀ ਡਾਂਗ ਨਾਲ ਲਾਵਾਂਗੇ, ਅੰਦਰ ਨਹੀਂ ਵੜਦੇ ਡਰ ਕੇ। ਆ ਗਈ ਗੱਲ ਤੇ ਬਣਾਉਣਾ ਹੈ ਜਿਹੜੇ ਪਹਿਲਾਂ ਹੀ ਚਲੋ ਭਾਈ ਤੁਸੀਂ ਕੁੱਟੋ, ਅਸੀਂ ਕੁੱਟ ਖਾਵਾਂਗੇ। ਇਹ ਮਨਚਾ ਕਲੀਅਰ ਹੋ ਗਿਆ ਨਾ, ਕਲੀਅਰ ਨਹੀਂ ਗੱਲ ਪਤਾ ਕੀ ਹੈ, ਕਿਸਾਨ ਜਿਸ ਕਿਸਾਨ ਤੁਸੀਂ ਕੁੱਟਿਓ ਅਸੀਂ ਕਰਜ਼ੇ ਨੂੰ ਮਾਫੀ ਕਰਨ ਦੀ ਗੱਲ ਹੈ, ਉਹਦੇ ਲਈ ਸਾਡੀ ਪੂਰੀ ਹਮਦਰਦੀ ਕਮਿਟਮੈਂਟ ਹੈ। ਪਰ ਜਿਹੜਾ ਇਹ ਹੈ ਵੀ ਅਸੀਂ ਜੀ ਹੁਣ ਲੱਖੋਵਾਲ ਉਹਨਾਂ ਨੂੰ ਪਹਿਲਾਂ ਤਾਂ ਚੇਅਰਮੈਨੀਆਂ ਬਖਸ਼ ਕੇ ਆਪਦੇ 10 ਸਾਲ ਕਢਾਲੇ ਤੇ ਹੁਣ ਉਹਨਾਂ ਨੂੰ ਸਾਡੇ ਗਲ ਪਾ ਦਿਓ, ਉਹ ਜਿਹਾ ਕੁਝ ਨਹੀਂ ਹੋਣ ਦਿਆਂਗੇ। ਉਹਦੀ ਆੜ 'ਚ ਸਾਡੇ ਨਾਲ ਨਾ ਗਲ ਪਾ, ਅਸੀਂ ਵੀ ਤਿਆਰ ਉਹ ਜਿਹਾ ਨਹੀਂ ਕੁਝ ਕਰਦੇ, ਕਿਸੇ ਦਾ ਗਲ ਪਾਇਆ 1300 ਦੀ ਗੱਲ ਨਹੀਂ ਪੈਂਦਾ ਕੋਈ ਨਾ ਕਿਸਾਨ। ਦੇਖੋ 10 ਸਾਲ ਅੰਬ ਚੁਪਾ ਕੇ ਉਹਨੂੰ ਮੁੜ ਕੇ ਧਰਨੇ ਮਾਰਨ ਭੇਜਦਾ। ਇਹ ਤਾਂ ਕਿਸਾਨ ਦੀ ਨੀਅਤ ਤੇ ਸ਼ੱਕ ਕੀਤਾ ਜਾ ਰਿਹਾ ਵੀ ਉਹਨਾਂ ਨੂੰ ਕੋਈ ਕਿਸਾਨ, ਅਸੀਂ ਪੰਜਾਬ ਦੇ ਕਿਸਾਨ ਦੀ ਨੀਅਤ ਕੀਤਾ ਜਾ ਰਿਹਾ। ਕਿਸਾਨ ਪੰਜਾਬ ਦਾ ਜਾਗਰੂਕ ਹੈ, ਇਹ ਗੱਲ ਹੈ ਕਿ ਪੰਜਾਬ ਦੇ ਬੜੇ ਰੌਲੇ ਪਾਏ। ਅੱਛਾ ਇੱਕ ਮਿੰਟ ਸੰਧੂ ਸਬਸਿਡੀ ਖਤਮ ਹੋ ਜੂ, ਆਂਗਨਵਾੜੀ ਟੀਚਰ ਕੱਢ ਦਿੱਤੇ ਜਾਣਗੇ, ਆ ਹੋ ਜੂ, ਕਿਸੇ ਇੱਕ ਦੀ ਨੌਕਰੀ ਗਈ ਐਸੇ ਚੈਨਲ ਤੇ ਬਾਰ-ਬਾਰ ਡਿਬੇਟ। ਸੰਧੂ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਦਿਓ। ਕੱਲ ਸੀਐਮ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਵੱਡੇ ਕਿਸਾਨਾਂ ਨੂੰ ਉਹਨੇ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੀ ਸਬਸਿਡੀ ਛੱਡ ਦਿਓ। ਜੇਕਰ ਉਹ ਇਹ ਕਹਿ ਸਕਦੇ ਆ ਤਾਂ ਦੂਜੀ ਗੱਲ ਇਹ ਵੀ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਸਬਸਿਡੀ ਦਾ ਭਰਪੂਰ ਫਾਇਦਾ ਲੈਣਾ, ਦੁਰਵਰਤੋਂ ਰੋਕਣੀ ਹੈ, ਉਹ ਆਪਣੇ ਮੀਟਰ ਲਵਾ ਲੈਣ। ਅਜਿਹਾ ਨਹੀਂ ਹੋ ਸਕਦਾ ਸੀ, ਤੁਸੀਂ ਜ਼ਬਰਦਸਤੀ ਮੀਟਰ ਲਾਉਣ ਦੀ ਬਜਾਏ ਤੁਸੀਂ ਓਪਨ ਕਰ ਦਿਓ ਵੀ ਜਿਹਨੂੰ ਇਹ ਲੱਗਦਾ ਕਿ ਅਜਿਹਾ ਦੁਰਵਰਤੋਂ ਹੋ ਰਹੀ ਹੈ, ਦੁਰਵਰਤੋਂ ਰੋਕਣ ਦੇ ਲਈ ਅਸੀਂ ਮੀਟਰ ਲਵਾਉਣਾ ਚਾਹੁੰਦੇ ਹਾਂ, ਤੁਸੀਂ ਮੀਟਰ ਲਵਾ ਲਓ। ਜੀ ਪਹਿਲਾਂ ਇਹ ਤਾਂ ਦੱਸ ਦੇਣ ਮੰਤਰੀ ਕਿੰਨੇ ਨੇ ਉਹਦੇ ਵਿੱਚ ਜਿਨ੍ਹਾਂ ਨੇ ਕੈਪਟਨ ਸਾਹਿਬ ਦੀ ਅਪੀਲ ਤੇ ਅਸਰ ਕੀਤਾ। ਦੂਜੀ ਗੱਲ ਹਰਪ੍ਰੀਤ ਜੀ ਨਾਲ ਬੇਨਤੀ ਹੋਰ ਕਰਦਾ ਰਾਜੇਵਾਲ ਸਾਹਿਬ ਦੀ ਹੋਰ ਅੱਗੇ ਲਿਜਾਣਾ ਗੱਲ ਨੂੰ ਕਿ ਪਹਿਲ ਇਹ ਕਾਂਗਰਸੀ ਕਰਨ, ਪਹਿਲਾਂ ਕਾਂਗਰਸੀ ਸਬਸਿਡੀ ਛੱਡਣ, ਮੁੱਖ ਮੰਤਰੀ ਜੀ ਦੀ ਅਪੀਲ ਮੰਨ ਕੇ ਫਿਰ ਵੇਖਾਂਗੇ ਪੰਜਾਬ ਦੇ ਭਲੇ ਬਾਰੇ ਕਿੰਨਾ ਸੋਚਦੇ ਨੇ, ਪਹਿਲਾਂ ਛੱਡਣ ਤਾਂ ਸਹੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਬਣੇ ਰਹਿਣ ਦੇ ਲਈ। ਸੋ ਸਮਾਂ ਕੋਈ ਦੂਰ ਨਹੀਂ ਹੈ, ਮੀਟਰ ਲਾਉਣ ਦੀ ਇਹ ਗੱਲ ਕਰ ਰਹੇ ਨੇ ਕਿਸਾਨ ਆਗੂ ਕਹਿ ਰਹੇ ਨੇ ਔਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਮੀਟਰ ਨਹੀਂ ਲੱਗਣ ਦੇਣੇ, ਔਰ ਦੇਖਣਾ ਹੋਏਗਾ ਕਿ ਹੁਣ ਇਹ ਗੱਲ ਕਿੱਥੇ ਵੱਲ ਨੂੰ ਤੁਰਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।